सतनाम वाहिगुरु साहिब जी। तू ठाकुरो बैरागरो, मैं जेही कण चेरी राम। तू सागरो रतनागरो, हौ सार न जाना तेरी राम। सार न जाना तू वड दाना, कर मेहरमत साईं। किरपा कीजै सामत दीजै, आठ पहर तुध ध्याई। गर्भ न कीजै रेण होविजै, तागत जियरे तेरी। सब ऊपर नानक का ठाकुर, मैं जेही कण चेरी राम। बेसुमार अथाह अगनत तोलै, जो बुलावो त्यो नानक दास बोलै। जेता जियो पिंड सब तेरा, तू अंतर जामी पुरख भगवान। दासन दास कहै जन नानक, जेहा तू कराए तेहा हो करी वख्यान। सतनाम वाहिगुरु साहिब जी। सिर मस्तक रखिया पार ब्रह्मं, हस्त काया रखिया परमेश्वर। सिर मस्तक रखिया पार ब्रह्मं, हस्त काया रखिया परमेश्वर। आत्म रखिया गोपाल स्वामी, तन चरण रखिया जगदीश्वर। सर्ब रखिया गुर दयाल, पह दुख विनाशन। भगत वशल अनाथ नाथे, शरण नानक पुरख अच्युत। भगत वशल अनाथ नाथे, शरण नानक पुरख अच्युत। वाहिगुरु जी का खालसा, वाहिगुरु जी की फतेह। धन धन सतगुरु गुरु गरीब निवाज पतित पावन भगत वशल किरपा निध दया निध सतगुरु श्री गुरु ग्रंथ साहिब जी दीन दयाल पातशाह, तिन्हां दी अपार मेहरामत है, दया बख्शिश का सदका है जो सानू सतगुरु साहिब जी ने अपनी पावन पवित्र हजूरी दे विच जुड़ बैठ के गुरसिੱਖੀ जीवन की अमोलक कार कमाउण का अवसर प्रदान बख्शिश करके नवाजिश की है जी। सतगुरु की बाणी के अंतर्गत सतगुरु साहिब जी बख्शिश करते हैं, साह रसना धन धन है मेरी जिंदड़िए, गुण गावे हर प्रभ केरे राम। इसे प्रकार कि वो समुच्चा जीवन धनता दे जोग है, जिथे रसना
ਸਤਿਗੁਰੂ ਕੇ ਗੁਣ ਗਾ ਕੇ ਸਫਲ ਹੁੰਦੀ ਹੈ। ਜਿੱਥੇ ਕੰਨ ਗੁਰੂ ਕੀ ਗਿਆਨ ਦੀ ਵਿਚਾਰ ਨੂੰ ਸ਼ਰਵਣ ਕਰਕੇ ਨਿਰਮਲ ਹੁੰਦੇ ਹਨ, ਜਿੱਥੇ ਨੇਤਰ ਗੁਰੂ ਕਾ ਦਰਸ਼ਨ ਕਰਕੇ ਗੁਰੂ ਕੀ ਨਿਰਮਲ ਮੂਰਤ ਨੂੰ ਹਿਰਦੇ ਅੰਦਰ ਵਸਾ ਕੇ ਸੁਭਾਗੇ ਹੁੰਦੇ ਹਨ, ਜਿੱਥੇ ਮਸਤਕ ਰੋਜ਼ਾਨਾ ਗੁਰੂ ਚਰਨਾਂ ਦੀ ਛੋਹ ਦਾ ਪਾਤਰ ਬਣਦਾ ਹੈ। ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸਮੁੱਚਾ ਹੀ ਉਹਨਾਂ ਗੁਰਸਿੱਖਾਂ ਦਾ ਜੀਵਨ ਸਫਲ ਹੈ, ਕਿਉਂਕਿ ਜਿਵੇਂ ਸਾਡੀ ਦੇਹ ਕਿਸੇ ਇੱਕ ਅੰਗ ਦੇ ਨਾਲ ਨਹੀਂ ਪੂਰੀ ਹੋ ਸਕਦੀ, ਸਾਰੇ ਅੰਗ ਬਰਾਬਰ ਚਾਹੀਦੇ ਨੇ, ਹੱਥ ਪੈਰ ਬਾਹਾਂ ਆਦਿਕ ਨੇਤਰ ਸਭ ਕੁਝ। ਇਸੇ ਪ੍ਰਕਾਰ ਜਦੋਂ ਗੁਰਸਿੱਖ ਨੇ ਸਤ ਸੰਗਤ ਵਿੱਚ ਬੈਠ ਕੇ ਦੇਹਾ ਸਫਲ ਕਰਨੀ ਹੈ ਤਾਂ ਉਹਦੀ ਸਮੁੱਚੀ ਦੇਹ ਨੂੰ ਹੀ ਇੱਕ ਸੁਰਤਾ ਵਿੱਚ ਵੱਜ ਕੇ ਸਾਧਨਾ ਕਰਨੀ ਪੈਂਦੀ ਹੈ। ਸਤਸੰਗੀ ਮਨੁੱਖਾਂ ਦੇ ਜੀਵਨ ਦੀ ਸ਼ੈਲੀ ਕਿ ਉਹਨੂੰ ਇਹ ਵੀ ਸੋਝੀ ਹੋਵੇ ਕਿ ਜਦ ਮੈਂ ਨਤਮਸਤਕ ਹੋ ਰਿਹਾ ਤਾਂ ਮੇਰੇ ਨਤਮਸਤਕ ਹੋਣ ਦਾ ਕੀ ਭਾਵ ਹੈ, ਜਦ ਮੈਂ ਸ਼ਬਦ ਵਿਚਾਰ ਸ਼ਰਵਣ ਕਰ ਰਿਹਾ ਜਾਂ ਗਾਇਨ ਕਰ ਰਿਹਾ ਉਦੋਂ ਇਹਦੇ ਗਾਇਨ ਦਾ, ਇਹਦੇ ਸ਼ਰਵਣ ਕਰਨ ਦਾ ਕੀ ਭਾਵ ਹੈ, ਜਦੋਂ ਮੇਰੇ ਕਦਮ ਮਨ ਅੰਦਰ ਗੁਰੂ ਦਰ ਦੇ ਵੱਲ ਜਾਣ ਦਾ ਖਿਆਲ ਪੈਦਾ ਹੁੰਦਾ ਉਦੋਂ ਮੇਰੇ ਕਦਮਾਂ ਦੇ ਵਿੱਚ ਕਿਹੋ ਜਿਹੀ ਰਵਾਨੀ ਹੋਣੀ ਚਾਹੀਦੀ ਹੈ। ਜਿਹੜਾ ਇਹਨਾਂ ਸਾਰੇ ਸਮੁੱਚਾ ਪੱਖਾਂ ਤੋਂ ਜਾਗਿਆ ਹੋਇਆ ਔਰ ਭਾਵਨਾ ਦੇ ਨੁਕਤੇ ਤੋਂ ਗੁੜਿਆ ਹੋਇਆ ਇਨਸਾਨ ਗੁਰੂ ਕੇ ਚਰਨਾਂ ਵੱਲ, ਗੁਰੂ ਕੇ ਮਾਰਗ ਵੱਲ ਆਪਣੇ ਕਦਮ ਆਰੰਭ ਕਰਦਾ ਹੈ ਅਤੇ ਉਹਦੀ ਪ੍ਰੀਤ ਭਾਵਨਾ ਵਾਲੀ ਜਿਹੜੀ ਸਫਲਤਾ ਹੈ ਬੜੀ ਯਕੀਨੀ ਹੁੰਦੀ ਹੈ। ਸਤਿਗੁਰੂ ਕਿਰਪਾ ਕਰਨ ਐਸੇ ਭਾਵ ਸਾਡੇ ਸਾਰਿਆਂ ਦੇ ਮਨਾਂ ਅੰਦਰ, ਬੁੱਧੀ ਅੰਦਰ ਸਜਗ ਰਹਿਣ ਜੀ। ਲੜੀਵਾਰ ਗੁਰ ਸ਼ਬਦ ਵਿਚਾਰ ਨਾਲ, ਪਾਵਨ ਬਾਣੀ ਦੀ ਵਿਆਖਿਆ ਨਾਲ ਜੁੜਨ ਦਾ ਯਤਨ ਕਰੀਏ ਜੀ। ਪਾਵਨ ਬਾਣੀ ਦੀ ਵਿਆਖਿਆ ਆਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਵਰ। ਧੰਨ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ, ਤਿਨਾਂ ਦੀ ਪਾਵਨ ਮੁਖਾਰਬਿੰਦ ਰਸਨਾ ਤੋਂ ਅਸੀਂ ਸਤਿਗੁਰੂ ਸਾਹਿਬ ਜੀ ਦੁਆਰਾ ਉਚਾਰਨ ਬਾਣੀ ਸ਼ਲੋਕ ਸਹਿਸਕ੍ਰਿਤੀ ਦੇ ਲੜੀਵਾਰ ਸ਼ਲੋਕਾਂ ਦੀ ਵਿਆਖਿਆ ਸ਼ਰਵਣ ਕਰ ਰਹੇ ਹਾਂ। ਸਤਿਗੁਰੂ ਸਾਹਿਬ ਜੀ ਲੜੀਵਾਰ ਬਾਣੀ ਦੇ ਵਿਆਖਿਆ ਦੇ ਅੰਤਰਗਤ ਕੱਲ੍ਹ ਵਾਲੇ 2 ਸ਼ਲੋਕਾਂ ਦੇ ਵਿੱਚ ਇਹ ਜੋ ਵਿਖਿਆ ਭਰਿਆ ਸੰਸਾਰ ਹੈ, ਜਿਸ ਦੇ ਵਿੱਚ ਵਾਸ਼ਨਾ ਦੀਆਂ, ਤ੍ਰਿਸ਼ਨਾ ਦੀਆਂ, ਕਾਮਨਾਵਾਂ ਦੀਆਂ ਬੜੀਆਂ ਪ੍ਰਬਲ ਲਹਿਰਾਂ ਨੇ, ਅਤੇ ਜਿੱਥੇ ਪੰਜਾਂ ਵਿਕਾਰਾਂ ਵਰਗੇ ਵੱਡੇ ਮਹਾਬਲੀ ਹਰੇਕ ਮਨੁੱਖ ਦੇ ਜੀਵਨ ਨੂੰ ਦਲਣ ਲਈ ਬੈਠੇ ਹਨ, ਉਹਨਾਂ ਤੋਂ ਕਿਸ ਪ੍ਰਕਾਰ ਰੱਖਿਆ ਹੋਵੇ, ਉਹ ਰੱਖਿਆ ਲਈ ਅਰਦਾਸ ਦਾ ਰੂਪ ਕਿਹੋ ਜਿਹਾ ਹੋਣਾ ਚਾਹੀਦਾ, ਭਾਵਨਾ ਕੈਸੀ ਹੋਣੀ ਚਾਹੀਦੀ ਹੈ। ਕੱਲ੍ਹ ਵਾਲੇ ਸ਼ਲੋਕਾਂ ਦੇ ਵਿੱਚ ਸਤਿਗੁਰੂ ਸਾਹਿਬ ਜੀ ਨੇ ਵਿਕਾਰਾਂ ਦੀ, ਮਾਇਆ ਦੇ ਸਮੁੱਚੇ ਪ੍ਰਭਾਵ ਤੋਂ ਜੀਵ ਦੀ ਰੱਖਿਆ ਦੇ ਲਈ ਅਰਦਾਸ ਦਾ ਸਰੂਪ ਬਖਸ਼ਿਸ਼ ਕਰਕੇ ਅਤੇ ਸਤਸੰਗਤ ਦੁਆਰਾ ਆਪਣੇ ਜੀਵਨ ਨੂੰ ਸਫਲ ਕਰਨ ਦਾ ਨੁਕਤਾ ਸਾਨੂੰ ਬਖਸ਼ਿਸ਼ ਕੀਤਾ ਸੀ। ਹੁਣ ਇਸੇ ਪ੍ਰਕਾਰ ਹੁਣ ਜਦੋਂ ਗੁਰੂ ਸਾਹਿਬ ਜੀ ਨੇ ਕੱਲ੍ਹ ਵਾਲੇ ਸ਼ਲੋਕਾਂ ਵਿੱਚ ਬਖਸ਼ਿਸ਼ ਕੀਤੀ ਕਿ ਜਦੋਂ ਮਨੁੱਖ ਸਾਧ ਸੰਗਤ ਵਿੱਚ ਜੁੜਦਾ ਹੈ ਉਦੋਂ ਸੰਸਾਰ ਸਾਗਰ ਤੋਂ ਪਾਰ ਪੈ ਜਾਂਦਾ ਹੈ। ਹੁਣ ਇੱਥੇ ਮਨੁੱਖ ਦਾ ਸੁਭਾਵਿਕ ਇੱਕ ਜਗਿਆਸਾ, ਇੱਕ ਪ੍ਰਸ਼ਨ ਉਪਜੇਗਾ ਕਿ ਸਾਧ ਸੰਗਤ ਵਿੱਚ ਆ ਕੇ ਮਨੁੱਖ ਜੁੜਿਆ ਹੈ, ਭਾਵਨਾ ਕਰਕੇ, ਇਕਾਗਰਤਾ ਕਰਕੇ ਬੈਠਾ ਹੈ, ਉਹਨੇ ਗੁਰੂ ਕੀ ਗੱਲ ਸ਼ਰਵਣ ਕੀਤੀ ਹੈ, ਕਿ ਇਸ ਤਰ੍ਹਾਂ ਨਾਲ ਹੀ ਉਹਦਾ ਉਧਾਰ ਹੋ ਜਾਏਗਾ, ਸੰਸਾਰ ਸਮੁੰਦਰ ਤੋਂ ਇਸ ਤਰ੍ਹਾਂ ਹੀ ਬੈਠਣ ਦੇ ਨਾਲ ਹੀ ਪਾਰ ਹੋ ਜਾਏਗਾ। ਤਾਂ ਅੱਜ ਵਾਲੇ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਫਿਰ ਉਹਦੀ ਮਾਇਆ ਦੇ ਪ੍ਰਭਾਵ ਤੋਂ ਰੱਖਿਆ ਕਿਸ ਪ੍ਰਕਾਰ ਹੁੰਦੀ ਹੈ। ਸ਼ਲੋਕ ਦੁਆਰਾ ਬਖਸ਼ਿਸ਼ ਕਰਦੇ ਹਨ। ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਹਸਤ ਕਾਇਆ ਰੱਖਿਆ ਪਰਮੇਸ਼ਵਰ। ਤਾਂ ਸਤਿਗੁਰੂ ਸਾਹਿਬ ਜੀ ਕਹਿੰਦੇ ਸਭ ਤੋਂ ਪਹਿਲਾ ਜ਼ਰੂਰੀ ਔਰ ਮੁੱਢਲਾ ਨੁਕਤਾ ਹੈ ਕਿ ਜਦੋਂ ਕੋਈ ਸਤਿਗੁਰੂ ਕੀ ਸ਼ਰਨ ਆਉਂਦਾ ਹੈ ਉਹ ਕਿਸੇ ਨਾ ਕਿਸੇ ਲੋੜ ਵਿੱਚੋਂ ਆਉਂਦਾ ਹੈ। ਕਿਸੇ ਨਾ ਕਿਸੇ ਲੋੜ ਦਾ ਭਾਵ ਇਹ ਹੈ, ਜਾਂ ਉਹਦੀ ਭਾਵਨਾ ਸਤਿਗੁਰੂ ਦੇ ਚਰਨਾਂ ਨਾਲ ਜੁੜੀ ਹੈ ਅਤੇ ਆਪਣੀਆਂ ਭਾਵਨਾਤਮਕ ਜਿਹੜੀਆਂ ਬ੍ਰਿਤੀਆਂ ਨੇ ਉਹਨਾਂ ਦੀ ਪੂਰਤੀ ਕਰਨ ਦੇ ਲਈ, ਉਹਨਾਂ ਨੂੰ ਤ੍ਰਿਪਤ ਕਰਨ ਦੇ ਲਈ ਗੁਰੂ ਦਰ 'ਤੇ ਆਉਂਦਾ ਹੈ, ਭਾਵ ਕਿ ਪ੍ਰੇਮ ਦੇ ਤਲ 'ਤੇ ਜਿਉਂ ਰਿਹਾ। ਇੱਕ ਹੈ ਜਿਹੜਾ ਗਿਆਨ ਦੇ ਤਲ 'ਤੇ ਜਿਉਂ ਰਿਹਾ, ਭਾਵਨਾ ਉਹਦੇ ਹਿਰਦੇ 'ਚ ਵੀ ਹੈ, ਪਰ ਉਹ ਗਿਆਨ ਦੇ ਜਿਹੜੇ
ਨੁਕਤੇ ਨੇ ਉਹਨਾਂ ਨੂੰ ਸਮਝ ਕੇ ਆਪਣੇ ਜੀਵਨ ਨੂੰ ਗਿਆਨਮਈ ਪ੍ਰਕਾਸ਼ਮਈ ਬਣਾਉਣਾ ਚਾਹੁੰਦਾ। ਇੱਕ ਐਸੀ ਲੋੜ ਕਰਕੇ ਆ ਰਿਹਾ, ਇੱਕ ਆ ਰਿਹਾ ਕੇਵਲ ਸਮਰਪਣ ਕਰਕੇ ਕਿ ਨਾ ਮੈਨੂੰ ਗਿਆਨ ਦੀ ਚਾਹਤ ਹੈ, ਜਿਵੇਂ ਅਕਸਰ ਵਾਕ ਪੜ੍ਹਦੇ ਨਾ, ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਇੱਕ ਐਸਾ ਹੈ ਕਿ ਜਿਹਦੀ ਕੋਈ ਚਾਹਤ ਨਹੀਂ ਹੈ, ਗਿਆਨ ਦਾ ਪ੍ਰਕਾਸ਼ ਵੀ ਮਤਲਬ ਉਹ ਭਰਿਆ ਹੋਇਆ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਲ ਕਿ ਉਹਦੇ ਅੰਦਰ ਗੁਰੂ ਗਿਆਨ ਦਾ ਪ੍ਰਕਾਸ਼ ਵੀ ਹੈ, ਪ੍ਰੇਮ ਭਾਵਨਾ ਵੀ ਪੂਰੀ ਭਰੀ ਹੋਈ ਹੈ। ਬਸ ਆਪਣੇ ਕਰਮ ਨੂੰ ਸਮਰਪਣ ਸਹਿਤ ਪ੍ਰਗਟਾਉਣ ਲਈ ਉਹ ਗੁਰੂ ਘਰ ਆ ਰਿਹਾ। ਇਹ ਤਿੰਨ ਤਰ੍ਹਾਂ ਦੇ ਮਨੁੱਖ ਨੇ, ਚੌਥੀ ਤਰ੍ਹਾਂ ਦੇ ਵੀ ਆਉਂਦੇ ਨੇ, ਪਰ ਅਸੀਂ ਉਹਨਾਂ ਦਾ ਨੁਕਤਾ ਨਹੀਂ ਵਿਚਾਰਾਂਗੇ, ਉਹ ਕਾਰੋਬਾਰ ਕਰਕੇ ਆਉਂਦੇ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸਭ ਤੋਂ ਪਹਿਲਾ ਮੁੱਢਲਾ ਨੁਕਤਾ ਹੈ ਕਿ ਗੁਰੂ ਸ਼ਰਨ ਦੇ ਵਿੱਚ ਗੁਰਸਿੱਖ ਤਿੰਨ ਭਾਵਾਂ ਦੇ ਨਾਲ ਆਉਂਦੇ ਹਨ। ਪ੍ਰੇਮ ਭਾਵਨਾ ਹੈ ਉਦਾਹਰਨ ਦੇ ਤੌਰ 'ਤੇ, ਜਿਨ੍ਹਾਂ ਨਾਲ ਸਾਡੀ ਪ੍ਰੇਮ ਭਾਵਨਾ ਹੈ। ਬਹੁਤੀ ਵਾਰੀ ਅਸੀਂ ਇਸ ਕਰਕੇ ਥੋੜ੍ਹਾ ਬੈਠਦੇ ਹਾਂ ਕਿ ਉਹਨਾਂ ਕੋਲ ਕੋਈ ਧਨ ਹੈ ਜਾਂ ਕੋਈ ਬਹੁਤ ਵੱਡਾ ਪ੍ਰਤਿਭਾ ਹੈ, ਕੇਵਲ ਪ੍ਰੇਮ ਹੈ ਤਾਂ ਬੈਠਦੇ ਹਾਂ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਤਿੰਨ ਨੁਕਤਿਆਂ ਕਰਕੇ ਗੁਰਸਿੱਖ ਸਤਿਗੁਰੂ ਕੀ ਸ਼ਰਨ ਆਉਂਦੇ ਹਨ। ਹੁਣ ਜਦੋਂ ਗੁਰੂ ਕੀ ਸ਼ਰਨ ਆਏ, ਗੁਰੂ ਕੀ ਹਜ਼ੂਰੀ ਵਿੱਚ ਬੈਠ ਕੇ ਕਿਹੜਾ ਨਿਰਮਲ ਕਰਮ ਕੀਤਾ? ਸਭ ਤੋਂ ਪਹਿਲਾਂ ਨਿਰਮਲ ਕਰਮ ਕੀਤਾ ਜੋ ਗੁਰੂ ਸਾਹਿਬ ਜੀ ਸ਼ਬਦ ਰੂਪ ਦੇ ਵਿੱਚ, ਚਾਹੇ ਕੀਰਤਨ ਰੂਪ ਹੋਵੇ, ਚਾਹੇ ਕਥਾ ਰੂਪ ਹੋਵੇ, ਚਾਹੇ ਪਾਠ ਰੂਪ ਹੋਵੇ, ਜੋ ਵੀ ਬਖਸ਼ਿਸ਼ ਕਰ ਰਹੇ ਹਨ, ਗੁਰਸਿੱਖ ਦਾ ਸਤਸੰਗਤ ਵਿੱਚ ਜੁੜੇ ਹੋਏ ਦਾ ਪਹਿਲਾ ਕਰਮ ਹੈ ਉਹਨੂੰ ਸ਼ਰਵਣ ਕਰਨਾ। ਕੇਵਲ ਸੁਣਨਾ ਕਿ ਕੀ ਹੋਇਆ, ਸਮਝਣ ਦਾ ਯਤਨ ਨਹੀਂ ਕਰਨਾ, ਕੇਵਲ ਸੁਣਨਾ ਕਿ ਕਿਹਾ ਗਿਆ। ਉਸ ਤੋਂ ਅਗਲਾ ਕਦਮ ਕਰਮ ਹੈ ਕਿ ਅਕਾਲ ਪੁਰਖ ਨੇ ਬੁੱਧੀ ਦਾ ਤਾਣ ਬਖਸ਼ਿਸ਼ ਕੀਤਾ ਹੈ। ਬੁੱਧੀ ਦੇ ਨਿਰਣੇ ਦੁਆਰਾ ਉਹਦੇ ਅਰਥ ਪ੍ਰਕਾਸ਼ ਨੂੰ ਜਾਣ ਕੇ ਅਤੇ ਇੱਕ ਗਿਆਨਮਈ ਸੂਤਰ ਬਣਾਉਣਾ ਆਪਣੀ ਬੁੱਧੀ ਦੇ ਅੰਦਰ, ਫਿਰ ਉਹਨੂੰ ਦ੍ਰਿੜ ਕਰਨਾ, ਉਹਦੀ ਬਹੁ ਪ੍ਰਤੀ ਵਿਚਾਰ ਕਰਨੀ। ਜਿਵੇਂ ਉਦਾਹਰਨ ਦੇ ਤੌਰ 'ਤੇ ਅਸੀਂ ਵਿਚਾਰ ਕਰ ਲਈਏ ਇੱਕ ਨੁਕਤੇ ਦੀ ਕਿ ਸਵਾਸ ਆਰਾਧਨਾ ਕਰਨੀ। ਜੇ ਤੇ ਦਾ ਪਹਿਲਾ ਅਰਥ ਇਹ ਸਮਝਾਂਗੇ, ਜੇ ਪਹਿਲੇ ਤੌਰ 'ਤੇ ਅਰਥ ਸੁਣਾਂਗੇ ਕਿ ਜਿਵੇਂ 24 ਘੰਟੇ ਦੇ ਵਿੱਚ ਅਸੀਂ ਸਵਾਸ ਲੈਂਦੇ ਹਾਂ, ਹਰ ਸਵਾਸ ਦੇ ਨਾਲ ਵਾਹਿਗੁਰੂ ਕਹਿਣਾ, ਪਹਿਲਾ ਅਰਥ ਇਹ ਸਮਝ ਆਇਆ। ਪਰ ਜਦੋਂ ਇਹਦੀ ਬਹੁ ਪ੍ਰਤੀ ਵਿਚਾਰ ਕਰਾਂਗੇ ਤਾਂ ਫਿਰ ਸਾਨੂੰ ਸਮਝ ਆਏਗਾ ਕਿ ਪਰਮੇਸ਼ਰ ਦਾ ਸਿਮਰਨ ਉਹਦੀਆਂ ਹਜ਼ਾਰਾਂ ਵਿਧੀਆਂ ਹਨ, ਹਜ਼ਾਰਾਂ ਢੰਗ ਹਨ, ਕਿਸੇ ਵੀ ਢੰਗ ਨਾਲ ਕੀਤਾ ਜਾ ਸਕਦਾ। ਜਿਵੇਂ ਭਗਤ ਸਾਹਿਬਾਨਾਂ ਨੇ ਸਮਝਾਇਆ, ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ। ਫਿਰ ਜਦੋਂ ਇਸ ਤਰ੍ਹਾਂ ਉਹਦੀ ਬਹੁ ਪ੍ਰਤੀ ਵਿਚਾਰ ਪੈਦਾ ਹੁੰਦੀ ਹੈ, ਫਿਰ ਗੁਰੂ ਦਾ ਉਪਦੇਸ਼ ਹਿਰਦੇ ਵਿੱਚ ਵਸ ਜਾਂਦਾ। ਜਦੋਂ ਵਸੇ ਹੋਏ ਉਪਦੇਸ਼ ਦੀ ਕੀ ਨਿਸ਼ਾਨੀ ਹੈ ਕਿ ਗੁਰਸਿੱਖ ਦਾ ਹਿਰਦਾ ਬਾਰ-ਬਾਰ ਉਸ ਉਪਦੇਸ਼ ਵੱਲ ਧਾਉਂਦਾ ਹੈ ਅਤੇ ਕੀ ਕਿਹਾ ਗਿਆ, ਕਿਵੇਂ ਕਿਹਾ ਗਿਆ, ਉਹਦਾ ਕੀ ਭਾਵ ਹੈ। ਜਦੋਂ ਇਸ ਤਰ੍ਹਾਂ ਦੀ ਸਾਡੀ ਮਨੋਵਿਥਿਆ ਬਣੇ ਤਾਂ ਇਹਦਾ ਮਤਲਬ ਇਹ ਹੈ ਕਿ ਸਾਡਾ ਹਿਰਦਾ ਗੁਰੂ ਸ਼ਬਦ ਦੇ ਨਾਲ ਜੁੜਨ ਦਾ ਯਤਨ ਕਰ ਰਿਹਾ ਹੈ। ਜਦੋਂ ਇਸ ਤਰ੍ਹਾਂ ਬਾਰ-ਬਾਰ ਕਰਦੇ ਹਾਂ, ਪੂਰੀ ਤਰ੍ਹਾਂ ਗੁਰ ਸ਼ਬਦ ਉਪਦੇਸ਼ ਹਿਰਦੇ ਵਿੱਚ ਵਸ ਜਾਂਦਾ ਹੈ, ਫਿਰ ਜਿਨ੍ਹਾਂ ਦੇ ਅੰਦਰ ਸ਼ੁੱਧ ਰੂਪ ਦੇ ਵਿੱਚ ਉਪਦੇਸ਼ ਵਸਿਆ ਹੁੰਦਾ ਹੈ, ਫਿਰ ਉਹ ਉਪਦੇਸ਼ ਦਾ ਭਾਵ, ਉਹਦਾ ਪੈਦਾ ਹੋਈ ਐਨਰਜੀ, ਉਹਦਾ ਬਲ ਗੁਰਸਿੱਖ ਦੇ ਕੋਲੋਂ ਉਸ ਉਪਦੇਸ਼ ਦੇ ਅਨੁਸਾਰ ਕਰਮ ਦੀ ਮੰਗ ਕਰਦਾ ਹੈ। ਜਿਵੇਂ ਉਦਾਹਰਨ ਦੇ ਤੌਰ 'ਤੇ ਕਿਸੇ ਇਨਸਾਨ ਨੇ ਮੈਥ ਦਾ ਵਿਸ਼ਾ ਪੜ੍ਹਿਆ ਹੋਵੇ ਮਾਸਟਰ ਡਿਗਰੀ ਤੱਕ, ਤਾਂ ਉਹਦੇ ਤੋਂ ਕੀ ਮੰਗ ਕੀਤੀ ਜਾਂਦੀ ਹੈ ਜਾਂ ਕੀ ਆਸ ਕੀਤੀ ਜਾਂਦੀ ਹੈ ਕਿ ਮੈਥ ਦੀਆਂ ਸਾਰੀਆਂ ਥਿਊਰੀਆਂ ਨੂੰ ਹੱਲ ਕਰ ਲਏਗਾ। ਇਸੇ ਪ੍ਰਕਾਰ ਫਿਰ ਉਹਨੂੰ ਆਪ ਨੂੰ ਵੀ ਲੱਗਦਾ ਹੈ ਕਿ ਜਿਹੜੀ ਮੈਂ ਮਾਸਟਰ ਡਿਗਰੀ ਮੈਥ ਦੀ ਕੀਤੀ ਹੋਈ ਹੈ, ਇਹਦਾ ਪਤਾ ਤਾਂ ਹੀ ਲੱਗੇਗਾ ਜੇ ਮੈਂ ਮੈਥ ਦੀਆਂ ਉਲਝਣਾਂ ਜਿਹੜੀਆਂ ਹਨ, ਥਿਊਰਮਾਂ, ਉਹਨਾਂ ਨੂੰ ਸੁਲਝਾ ਲਵਾਂ, ਤਾਂ ਉਹਨਾਂ ਨੂੰ ਪ੍ਰਗਟ ਕਰਕੇ ਦਿਖਾ ਦਿਆਂ ਕਿ ਮੇਰੇ ਸਾਹਮਣੇ ਕੋਈ ਸਮੱਸਿਆ ਪੇਸ਼ ਕਰੇ ਮੈਥ ਦੀ। ਤਾਂ ਇਸੇ ਪ੍ਰਕਾਰ ਕਹਿੰਦੇ ਗੁਰੂ ਸਾਹਿਬ ਜੀ ਕਹਿੰਦੇ ਜਿਸ ਗੁਰਸਿੱਖ ਦੇ ਹਿਰਦੇ ਵਿੱਚ ਉਪਦੇਸ਼ ਵਸ ਗਿਆ, ਫਿਰ ਉਹਦੀ ਦੇਹ, ਉਹਦੀ ਸੁਰਤ ਇਹ ਮੰਗ ਕਰੇਗੀ ਕਿ ਇਸ ਉਪਦੇਸ਼ ਦੇ ਅਨੁਸਾਰ ਤੇਰਾ ਜੀਵਨ ਹੋ ਜਾਏ। ਜਦੋਂ ਇਸ ਉਪਦੇਸ਼ ਦੇ ਅਨੁਸਾਰ ਉਹਦਾ ਜੀਵਨ ਫਿਰ ਕਰਮ ਵਿੱਚ ਢਲਦਾ ਹੈ, ਜਦੋਂ ਕਰਮ ਵਿੱਚ ਢਲਦਾ ਫਿਰ ਕਰਮ ਦੇ ਵੀ ਕਈ ਫਲਾਂ ਤੋਂ ਮਨੁੱਖ ਜਾਣੂ ਹੁੰਦਾ ਹੈ ਕਿ ਕਰਮ ਦੇ ਵਿੱਚ ਬੇਪ੍ਰਤੀਤੀ ਪੈਦਾ ਹੁੰਦੀ ਹੈ, ਕਰਮ ਦੇ ਵਿੱਚ ਆਲਸ ਪੈਦਾ ਹੁੰਦਾ ਹੈ, ਕਰਮ ਦੇ ਵਿੱਚ ਥਕਾਵਟ ਵੀ ਪੈਦਾ ਹੁੰਦੀ। ਗੁਰਬਾਣੀ ਚਾਹੁੰਦਾ ਨਾ, ਕਿਉਂਕਿ ਗੁਰਬਾਣੀ ਸਤਿਗੁਰੂ ਸਾਹਿਬ ਜੀ ਫਰਮਾਉਂਦੇ, ਮਨ ਹੱਠ ਕਿਨਾ ਨਾ ਪਾਇਓ ਸਭ ਥੱਕੇ ਕਰਮ ਕਮਾਏ। ਕਰਮ ਦੇ ਵਿੱਚ ਥਕਾਵਟ ਵੀ ਪੈਂਦੀ ਹੈ। ਫਿਰ ਇਸ ਤਰ੍ਹਾਂ ਬੜਾ ਕੁਝ ਜਦੋਂ ਕਰਮ ਕਰਦਾ, ਗੁਰਬਾਣੀ ਦੇ ਆਸ਼ੇ ਅਨੁਸਾਰ ਬੜਾ ਕੁਝ ਵਾਪਰਦਾ ਹੈ। ਫਿਰ ਇੱਕ ਅਵਸਥਾ ਹੁੰਦੀ ਹੈ ਜਦੋਂ ਕਰਮ ਵੀ ਬਿਲਕੁਲ ਸ਼ੁੱਧ ਹੋ ਜਾਂਦਾ ਹੈ ਅਤੇ ਉਹ ਕਰਮ ਬਖਸ਼ਿਸ਼ ਬਣ ਜਾਂਦਾ ਹੈ। ਅਤੇ ਜਦੋਂ ਕਰਮ ਬਖਸ਼ਿਸ਼ ਬਣ ਜਾਂਦਾ ਹੈ, ਉਦੋਂ ਕਦਮ ਸਹਿਜ ਹੋ ਜਾਂਦਾ। ਅਤੇ ਜਦੋਂ ਕਰਮ ਸਹਿਜ ਹੋ ਜਾਵੇ, ਫਿਰ ਉਸ ਗੁਰਸਿੱਖ ਦੇ ਕੋਲੋਂ ਇਹ ਵਾਕ ਨਹੀਂ ਰਹਿੰਦੇ ਕਿ ਮੇਰਾ ਮਨ ਨਹੀਂ ਜੁੜਦਾ, ਜਾਂ ਮੈਨੂੰ ਕਥਾ ਦੇ ਵਿੱਚ ਰਸ ਨਹੀਂ ਆਉਂਦਾ, ਜਾਂ ਗੁਰੂ ਘਰ ਜਾਣ ਵੱਲ ਮੇਰੀ ਭਾਵਨਾ ਨਹੀਂ ਬਣਦੀ। ਇਹ ਸਾਰੇ ਵਾਕਾਂ ਤੋਂ ਉਹਦਾ ਸਹਿਜੇ ਹੀ ਛੁਟਕਾਰਾ ਹੋ ਜਾਂਦਾ ਹੈ।
ਇਹ ਨੁਕਤਾ ਆਪ ਜੀ ਦੇ ਨਾਲ ਪਹਿਲਾਂ ਸਾਂਝਾ ਕੀਤਾ। ਹੁਣ ਗੁਰੂ ਸਾਹਿਬ ਜੀ ਬਖਸ਼ਿਸ਼ ਕਰ ਰਹੇ ਹਨ, ਸਿਰ ਮਸਤਕ ਰੱਖਿਆ ਪਾਰ ਬ੍ਰਹਮ। ਸਭ ਤੋਂ ਪਹਿਲਾਂ ਅਸੀਂ ਗੁਰੂ ਘਰ ਦੀ ਜਦ ਹਦੂਦ ਦੇ ਅੰਦਰ ਗੁਰੂ ਕੇ ਪਾਵਨ ਪੁੱਤਰ ਦਰਬਾਰ ਦੇ ਦਾਇਰੇ ਅੰਦਰ ਦਾਖਲ ਹੁੰਦੇ ਹਾਂ ਤਾਂ ਸਾਡੇ ਸਾਰਿਆਂ ਦੀ ਪਹਿਲੀ ਕਿਰਿਆ ਹੁੰਦੀ ਹੈ ਕਿ ਸਤਿਗੁਰੂ ਦੇ ਚਰਨਾਂ ਦੇ ਵਿੱਚ ਆਪਣਾ ਮਸਤਕ ਭੇਟ ਕਰਨਾ। ਤਾਂ ਕਰਕੇ ਗੁਰਬਾਣੀ 'ਚ ਪਾਵਨ ਵਾਕ ਹੈ, ਸਫਲ ਉਹ ਮਾਥਾ ਸੰਤ ਨਮਸਕਾਰੰ। ਜਾਂ ਗੁਰੂ ਸਾਹਿਬ ਜੀ ਕਹਿੰਦੇ ਸੇ ਮੱਥੇ ਨਿਹਚਲ ਤਰੇ ਜਿਨ ਗੁਰ ਧਾਰਿਆ ਹੱਥ। ਜਾਂ ਬਾਣੀ ਦਾ ਪਾਵਨ ਵਾਕ ਹੈ, ਸੇ ਦਾੜੀਆਂ ਸੱਚੀਆਂ ਜੋ ਗੁਰ ਚਰਨੀ ਲਗਨ। ਜਾਂ ਬਾਬਾ ਫਰੀਦ ਸਾਹਿਬ ਜੀ ਆਖਦੇ ਨੇ, ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਹੁਣ ਪਹਿਲਾ ਜਿਹੜਾ ਅਸੀਂ ਗੁਰੂ ਸਾਹਿਬ ਜੀ ਨੂੰ ਮਸਤਕ ਭੇਟ ਕਰਦੇ ਹਾਂ, ਆਪਣਾ ਮੱਥਾ ਗੁਰੂ ਧਰਤੀ ਦੇ ਨਾਲ ਛੁਹਾਉਂਦੇ ਹਾਂ, ਪਰ ਉਹ ਛੁਹਾਉਣ ਦਾ ਭਾਵ ਹੈ ਕਿ ਅਸੀਂ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੋ ਰਹੇ ਹਾਂ। ਤਾਂ ਉਹਦਾ ਭਾਵ ਕੀ ਹੈ? ਗੁਰੂ ਸਾਹਿਬ ਜੀ ਕਹਿੰਦੇ ਉਹਦਾ ਭਾਵ ਹੈ ਆਤਮ ਸਮਰਪਣ ਕਰਨਾ। ਹੁਣ ਆਤਮ ਸਮਰਪਣ ਦਾ ਭਾਵ ਇਹ ਹੈ ਕਿ ਹੁਣ ਸਿਰ ਦੇ ਅੰਦਰ ਕੀ ਵਿਆਪਤ ਹੈ? ਸਾਡੀ ਬੁੱਧੀ ਸਾਡੇ ਸਿਰ ਦੇ ਅੰਦਰ ਵਿਆਪਤ ਹੈ। ਸਾਡਾ ਅੱਧਾ ਜੀਵਨ ਸਾਡੇ ਸਿਰ ਕਰਕੇ ਚੱਲਦਾ ਹੈ। ਅੱਖਾਂ, ਨੱਕ, ਕੰਨ, ਬੁੱਧੀ, ਰਸਨਾ, ਇਹ ਸਾਰਾ ਕੁਝ ਸਿਰ ਦੇ ਅੰਦਰ ਵਿਆਪਤ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ, ਕਿ ਇਹਦੇ ਉੱਪਰ ਵੀ ਪਰਮੇਸ਼ਰ ਦੀ ਰੱਖਿਆ ਹੁੰਦਾ, ਸਤਸੰਗੀ ਮਨੁੱਖ ਦੀ ਰੱਖਿਆ ਹੁੰਦੀ ਹੈ। ਹੁਣ ਜਿਵੇਂ ਉਦਾਹਰਨ ਦੇ ਤੌਰ 'ਤੇ ਕੋਈ ਬਾਗ ਆਦਿਕ ਲਗਾਇਆ ਹੋਵੇ ਜਾਂ ਕੋਈ ਫੁੱਲਾਂ ਦੀ ਵਾੜੀ ਆਦਿਕ ਲਗਾਈ ਹੋਵੇ ਕਿਸੇ ਥਾਂ ਦੇ ਉੱਪਰ, ਤਾਂ ਹਰੇਕ ਮਨੁੱਖ ਨੂੰ ਫੁੱਲਾਂ ਦੀ ਵਾੜੀ ਲਗਾਉਣ ਤੋਂ ਬਾਅਦ ਇਹ ਗੱਲ ਅਨੁਭਵ ਹੁੰਦੀ ਹੈ ਕਿ ਇਹਦੇ ਆਲੇ ਦੁਆਲੇ ਕੋਈ ਕੰਡਿਆਲੀ ਜਾਂ ਕਿਸੇ ਪ੍ਰਕਾਰ ਦੀ ਕੋਈ ਨਾ ਕੋਈ ਵਾੜ ਹੋਣੀ ਚਾਹੀਦੀ ਹੈ, ਤਾਂ ਕਿ ਇਹਨਾਂ ਫੁੱਲਾਂ ਦੀ ਸੁੰਦਰਤਾ, ਇਹਨਾਂ ਫਲਾਂ ਦੀ ਮਹੱਤਤਾ ਸਾਰੀ ਬਰਕਰਾਰ ਰਹੇ। ਤਾਂ ਜਦੋਂ ਗੁਰਸਿੱਖ ਸਤ ਸੰਗਤ ਵਿੱਚ ਜੁੜਦਾ ਹੈ ਤਾਂ ਗੁਰੂ ਉਪਦੇਸ਼ ਨੂੰ ਕਿਸ ਪ੍ਰਕਾਰ ਮਾਣਦਾ? ਜਦੋਂ ਸਤਿਗੁਰੂ ਕੇ ਵਾਕ ਹਨ, ਮੇਰਾ ਹੀਰਾ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ। ਜਾਂ ਰੋਜ਼ਾਨਾ ਸ਼ਬਦ ਪੜ੍ਹਦੇ ਹਾਂ, ਜਿਸ ਕੇ ਸਿਰ ਊਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਿਰ ਮਸਤਕ। ਹੁਣ ਜਦੋਂ ਗੁਰੂ ਸਾਹਿਬ ਜੀ ਦੇ ਮਸਤਕ ਭੇਟ ਕਰ ਦਿੱਤਾ ਤਾਂ ਮੰਨ ਲਓ ਕਿ ਇੱਥੇ ਸਾਡੀ ਕੋਈ ਗਿਆਨ ਦੀ ਭਾਵਨਾ ਨਾ ਹੋਵੇ, ਅਸੀਂ ਕੇਵਲ ਮਸਤਕ ਭੇਟ ਕੀਤਾ ਹੈ। ਜਦੋਂ ਸਿਰ ਉੱਪਰ ਚੁੱਕਿਆ ਤਾਂ ਗੁਰੂ ਉਪਦੇਸ਼ ਦਾ ਕੋਈ ਸਾਨੂੰ ਪ੍ਰਾਪਤੀ ਹੋਈ, ਕਿਸੇ ਵੀ ਉਪਦੇਸ਼ ਦੀ, ਤਮਾਮ ਗੁਰੂ ਸਾਹਿਬ ਜੀ ਦੇ ਉਪਦੇਸ਼ ਹਨ। ਤਾਂ ਸਤਿਗੁਰੂ ਸਾਹਿਬ ਜੀ ਨੇ ਫਿਰ ਉਹ ਉਪਦੇਸ਼ ਸੁਣਿਆ। ਤਾਂ ਗੁਰਬਾਣੀ ਦਾ ਪਾਵਨ ਵਾਕ ਹੈ, ਸੁਨ ਉਪਦੇਸ਼ ਹਿਰਦੈ ਵਸਾਵੋ। ਹੁਣ ਉਪਦੇਸ਼ ਹਿਰਦੇ ਵਿੱਚ ਵਸਦਾ ਕਿਵੇਂ? ਇਹਦੀ ਵੀ ਇੱਕ ਲੜੀ ਹੈ। ਸਭ ਤੋਂ ਪਹਿਲਾਂ ਮਨੁੱਖ ਦੀ ਅਚੇਤ ਸੁਰਤ ਕਿਸੇ ਗੱਲ ਨੂੰ ਸੁਣਦੀ ਹੈ। ਅਚੇਤ ਸੁਰਤ ਦਾ ਮਤਲਬ ਹੈ ਕਿ ਜੋ ਕੁਝ ਕਿਹਾ ਜਾ ਰਿਹਾ ਪਤਾ ਨਹੀਂ ਲੱਗ ਰਿਹਾ, ਬਸ ਸੁਣਿਆ ਜਾ ਰਿਹਾ, ਉਹ ਅੰਦਰ ਅਰਥ ਵੀ ਨਹੀਂ ਬਣ ਰਿਹਾ, ਕੇਵਲ ਸੁਣਿਆ ਜਾ ਰਿਹਾ। ਤਾਂ ਜਦੋਂ ਇਹ ਸੁਣਨਾ ਇਕਾਗਰ ਹੋ ਜਾਂਦਾ, ਰੋਜ਼ਾਨਾ ਸਤ ਸੰਗਤ 'ਚ ਬੈਠ ਕੇ ਥੋੜ੍ਹੇ ਕੁ ਦਿਨਾਂ ਦੀ ਸਾਧਨਾ ਲੱਗਦੀ ਹੈ, ਜਦੋਂ ਮਨੁੱਖ ਦਾ ਸੁਣਨਾ ਇਕਾਗਰ ਹੋ ਜਾਂਦਾ ਹੈ, ਫਿਰ ਉਸ ਨੂੰ ਗੱਲ ਦੇ ਕਹੇ ਹੋਏ ਵਾਕ ਦੇ ਅਰਥ ਸਮਝ ਆਉਂਦੇ ਹਨ। ਇਹ ਅਰਥ ਸਮਝ ਕੇ ਪਹਿਲਾਂ ਖਿਆਲ ਰੂਪ ਵਿੱਚ ਰਹਿੰਦੇ ਹਨ, ਪਤਾ ਹੁੰਦਾ ਕਿ ਇਸ ਗੱਲ ਦਾ ਅਰਥ ਹੈ, ਪਰ ਉਹ ਵਿਚਾਰ ਦੇ ਵਿੱਚ ਨਹੀਂ ਢਲੀ ਹੁੰਦੀ। ਵਿਚਾਰ ਵਿੱਚ ਢਲਣ ਦਾ ਮਤਲਬ ਹੈ ਕਿ ਉਹਦਾ ਫਿਰ ਸਮੁੱਚਾ ਗਿਆਨ ਹੋ ਜਾਂਦਾ ਹੈ, ਕੇਵਲ ਉਹਦੀ ਜਾਣਕਾਰੀ ਮਾਤਰ ਹੁੰਦੀ ਹੈ। ਤਾਂ ਇਸੇ ਪ੍ਰਕਾਰ ਜਦੋਂ ਉਹ ਫਿਰ ਵਿਚਾਰ ਵਿੱਚ ਢਲ ਜਾਂਦਾ ਹੈ ਤਾਂ ਉਹ ਬਾਰ-ਬਾਰ ਸਾਡੇ ਮਸਤਕ 'ਤੇ ਪ੍ਰਭਾਵ ਪਾਉਂਦਾ ਹੈ ਅਤੇ ਸਾਡੇ ਜੀਵਨ ਦੀ ਇੱਕ ਐਸੀ ਸਾਧਨਾ ਬਣਦੀ ਹੈ। ਫਿਰ ਅਸੀਂ ਉਸ ਉਪਦੇਸ਼ ਨੂੰ ਬਹੁਤ ਜ਼ਿਆਦਾ ਆਰਾਧਦੇ ਹਾਂ ਜਾਂ ਬਹੁਤ ਜ਼ਿਆਦਾ ਉਹਦਾ ਚਿੰਤਨ ਕਰਦੇ ਹਾਂ। ਕੋਈ ਵੀ ਸਤਿਗੁਰੂ ਦਾ ਉਪਦੇਸ਼ ਹੋਵੇ, ਜਦੋਂ ਉਹਦੀ ਬਹੁਤ ਸਾਰੀ ਆਰਾਧਨਾ ਕਰਦੇ ਹਾਂ ਤਾਂ ਉਹ ਸਾਡਾ ਕਰਮ ਬਣ ਜਾਂਦਾ ਹੈ। ਫਿਰ ਕਰਮ ਜਦੋਂ ਉੱਜਲ ਹੋ ਜਾਂਦਾ ਹੈ ਉਦੋਂ ਸੰਸਕਾਰ ਬਣ ਜਾਂਦਾ ਹੈ, ਅਤੇ ਜਦੋਂ ਸੰਸਕਾਰ ਰੂਪ ਦੇ ਵਿੱਚ ਉਹ ਕਰਮ ਪੂਰਾ ਦ੍ਰਿੜ ਹੋ ਜਾਂਦਾ ਹੈ ਅਤੇ ਫਿਰ ਜੀਵਨ ਦੀ ਜੁਗਤ ਬਣ ਜਾਂਦੀ ਹੈ। ਅਤੇ ਫਿਰ ਗੁਰਸਿੱਖ ਨੂੰ ਗੁਰੂ ਕੇ ਕਹੇ ਹੋਏ ਵਾਕਾਂ ਦੇ ਵੱਡਾ ਭਾਵ ਪਤਾ ਲੱਗਦਾ ਹੈ ਕਿ ਇਸ ਵਾਕ ਦੇ ਮਗਰ ਸਤਿਗੁਰੂ ਸਾਹਿਬ ਜੀ ਦੀ ਕੀ ਮਿਹਰਾਮਤ ਸਮਾਈ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਿਰ ਮਸਤਕ ਰੱਖਿਆ ਪਾਰ ਬ੍ਰਹਮ। ਹੁਣ ਅਸੀਂ ਆਪਣੇ ਜੀਵਨ ਦੇ ਵਿੱਚ ਵਿਚਰਦੇ ਹਾਂ, ਜਿਵੇਂ ਆਰੰਭ ਦੇ ਵਿੱਚ ਗੱਲ ਹੋਈ ਕਿ ਬਿਨਾਂ ਸਾਰੇ ਅੰਗ ਪੂਰੇ ਚਾਹੀਦੇ ਨੇ ਤਾਂ ਸਰੀਰ ਦੀ ਬਣਤਰ ਪੂਰੀ ਹੁੰਦੀ। ਇਸ ਕਰਕੇ ਸਤਸੰਗੀ ਮਨੁੱਖਾਂ ਨੂੰ ਇੱਕ ਨੁਕਤਾ ਪੱਕਾ ਦ੍ਰਿੜ ਰੱਖਣਾ ਚਾਹੀਦਾ ਹੈ ਕਿ ਮੇਰੀ ਸਾਧਨਾ ਕੇਵਲ ਇੱਕ ਪੱਖ ਦੀ ਨਹੀਂ ਹੈ, ਸਮੁੱਚੇ ਪੱਖਾਂ ਨੂੰ ਇੱਕ ਸੁਰ ਕਰਨਾ ਹੈ, ਫਿਰ ਉਹਦੇ ਅਨੁਸਾਰ ਸਾਧਨਾ ਕਰਨੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ। ਜਦੋਂ ਗੁਰੂ ਕਾ ਉਪਦੇਸ਼ ਗੁਰਸਿੱਖ ਦੀ ਬੁੱਧ ਅੰਦਰ ਵਸ ਜਾਂਦਾ ਹੈ ਅਤੇ ਫਿਰ ਉਹ ਵਸਿਆ ਹੋਇਆ ਉਪਦੇਸ਼ ਉਹਦੀ ਰੱਖਿਆ ਕਰਦਾ ਹੈ, ਉਹਨਾਂ ਦੇ ਉੱਪਰ ਇੱਕ ਮਿਹਰ ਦਾ
दायरा बन के रहिंदा, मेहर दा औरा बन के रहिंदा। हुण किस प्रकार आनंद साहब की बाणी असीं सारे पढ़ते हाँ, पर जिन्हां दे हिरदे विच वसी होएगी उन्हां नूं पता होएगा कि सवेरे ये पौड़ी पढ़ लैनी एक कर्म है, पर सारा दिन इहदा अभ्यास रहना वाਕਿਆ किड्डी वड्डी बरकत है। हुण कई वारी देखी जद इस नूं किसी भी इंसान असीं किसी एक इंसान के नुकते तो वाच लईए कि हुण मनुख विख्या संसार विच विचर रहा है। जीवन की कोई भी अवस्था हो सकती है, किसी भी अवस्था ते माया का प्रभाव व्याप सकता है, पर गुरसिख का हिरदा बाणी नाल जुड़िया है, उहदी बुद्धि के अंदर गुरु का उपदेश हर वेले जग रहा है। तो उस जगे हुए उपदेश ने जदों उहदी रख्या करदा किस प्रकार किसी वासना का भाव पैदा होया, नेत्रां ने मलीन देखण का यतन किया, इधर मन ने अपना शोर आरंभ किया, उधर बुद्धि के अंदर विवेक रूप दे विच वसिया होया गुरु के उपदेश ने निर्णय किया है, ये नेत्रो मेरेओ हर तुम मैं जो तरी हर बिन अवरण। देखो कोई जदों इनू उपदेश आया तो उन्होंने पता रखिया। हुण जिवें बहुती वारी चोर भी चोरी तो टल जाते हैं, काहदे करके कि उन्होंने पता लग जाता कि नेड़े किते कैमरा लगा होया जां कोई कानून दा राखा खड़ा है। इसे प्रकार जो गुरु का उपदेश गुरसिखां की बुद्धि अंदर वस जाता, फिर उन्होंने पता है कि गुर का शब्द रखवारे, कि गुरु का शब्द रख्या किवें करदा। फिर उन्होंने पता लग जाता है कि जे अज इस उपदेश तो उल्ट जाके कर्म किया, कल जदों बाणी पढ़ांगा यही बाणी की पंक्ति, तो सिर के उपर शर्म का मूँहा मणी पानी पएगा, तो मेरे लिए वो कर्म साधना इन्ना सौखा नहीं रह जाएगा। जदों इन्नी निर्मल ते सशक्त भावना वाला गुरसिख जीवन जिउंदा है, तो उरों उन्होंने पता लगता है कि गुरु का उपदेश मेरे गुरु का हथ मेरे सिर उपर किवें रखा गया। हुण असीं ये गल तां सारे सुणदे हां कि जदों गुरु साहिबाना जी दे पास गुरसिख आउंदे सन, तो गुरु साहब जी वो सन्मुख नतमस्तक हुंदे सन, तो गुरु साहब जी उन्हां दे सिर दे उपर हथ रखते सन। ये तो असीं सारे सुणदे। हुण असीं भी ऐसा ही सोचते होवांगे कि सानू भी सरगुणी रूप दे विच सतगुरु मिलण, तो साडे सिर ते हथ रखण। तो सतगुरु दा साडे सिर ते हथ रखिया जाना यही है कि भाव सिर ते हथ रखिया जांदा है, इसे सिर दे विच गुरु दा उपदेश वश जाए। दा गुरु साहब जी कहंदे सिर मस्तक रखिया पार ब्रह्मं, पार ब्रह्म परमेश्वर। पार ब्रह्म शब्द जिहड़ा गुरु साहब जी ने वरत्या है, उहदा भाव है कि शब्द की वास मेरी बुद्धि च करवा दिता, पर यह है कि शब्द दे विच जदों मेरा वास हो गया, पर फिर भी किते वास होया मेरा जीवन का कर्म उल्ट ना हो जाए, इस करके परमेश्वर ने एक अपनी बख्शिश का रूप मेरे अंदर शब्द उपदेश रूप च पा दिता, एक उन्हें अपना बाहरी हुक्म रूप रखिया कि जे सामने डोलदा भी उदाहरण के तौर पर माता पिता बच्चों नूं सारी मत दिंदे ने, नैतिकता का ज्ञान दिंदे ने, सारा उन्होंने आचार व्यवहार का पूरी तरह अकल के नुकते तो समझाउंदे ने, समझा भी दिता है, बच्चा समझ भी गया है, फिर भी माता पिता के अंदर किते थोड़ी जी भावना या एक ख्याल बनया रहिंदा है कि इहदा थोड़ा ख्याल रखा जाए। इसे प्रकार जदों गुरु की मेहर के पात्र बनते हाँ, तो गुरु साडे हिरदे अंदर उपदेश वसा भी दिंदा है, पर उपदेश वसाउण तो बाद भी साडा रखे करिंदा है। तो गुरु साहब जी कहंदे सिर मस्तक रखिया पार ब्रह्मं, इस रूप करके परमेश्वर साडी रख्या करदा है। पर इहदा बारीक नुकता यह है कि जिहड़े गुर शब्द उपदेश के नाल जुड़े हैं आत्म समर्पण करके। हुण आत्म समर्पण के शायद छोटी सांझी जी विचार बनती है। हुण देखो असी सारे जीवन नूं अपनी शायद जीवन नज़रिए अनुसार जिउंदे हाँ, है असी सतसंगी मनुख, पर जदों असी जीवन जिउंदे हाँ गुरु घर वाला जीवन तो साडा गुरु अनुसार ही हुंदा है, पर गुरु घर तो जिहड़ा साडा बाहरला समाजिक जां व्यवहारिक जीवन है उहदे विच गुरु के दृष्टिकोण साडी बुद्धि विच जागृत नहीं रहिंदे, उन्हां तो उल्ट साडा व्यवहार चलदा है। इस करके हुण जिवें उदाहरण के तौर पर जीवन की असी कोई भी कार व्यवहार करते हाँ, कारोबार के पद्धर की गल कर लीए तो गुरबाणी का उपदेश है कि हक पराया नानका सूअर सुगाए गुरपीर तामहा परे जा मुरदार न खाए। सतसंगी मनुख होके उपदेश सुनिया समझिया जानिया वेख्या सब कुछ किया है, पर जो जीवन का अमल का अभ्यास बनया तो उदों क्या कि नहीं गुरु का ये दृष्टिकोण इत्थे ठीक नहीं, इनू छड्डो, इत्थे समाज वाला संसार वाला दृष्टिकोण लियाओ कि हक मारिया ही कारोबार वाधे ने। ये पहला ये दुबदा बहुत वड्डियां दे जीवन में चलती, इस करके मैं अज पावन पंक्ति पढ़ रहा सी
ਕਾਫੀ ਉਹਦੀ ਗਹਿਰੀ ਵਿਚਾਰ ਮਨ ਮਸਤਕ ਅੰਦਰ ਬਣੀ, ਪਰ ਉਹਨੂੰ ਸ਼ਾਂਤ ਕਰ ਦਿੱਤਾ। ਗੁਰਬਾਣੀ ਦਾ ਇੱਕ ਪਾਵਨ ਵਾਕ ਹੈ, ਕੋਟ ਮਦੇ ਕੋ ਵਿਰਲੋ ਸੇਵਕ ਹੋਰ ਸਗਲੇ ਬਿਓ ਹਾਰੀ। ਬਹੁਤਿਆਂ ਲਈ ਇਹ ਕਾਰੋਬਾਰ ਹੀ ਹੈ, ਧਰਮ ਵੀ ਕਾਰੋਬਾਰ ਹੈ। ਕਾਹਦੇ ਕਰਕੇ? ਕਾਮਨਾ ਉਪਜੀ ਹੈ, ਪਾਠ ਦਾ ਸਹਾਰਾ ਲੈ ਲਿਆ ਜਾਏ। ਤਾਂ ਕਹਿੰਦੇ ਪ੍ਰੀਤ ਕਰਕੇ ਕੋਈ ਵਿਰਲਾ ਜਿਉਂਦਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਜਦੋਂ ਆਤਮ ਸਮਰਪਣ ਦਾ ਭਾਵ ਇਹ ਹੈ ਕਿ ਜੇ ਤੂੰ ਗੁਰੂ ਕਾ ਉਪਦੇਸ਼ ਸੁਣ ਲਿਆ, ਸਮਝ ਲਿਆ, ਤਾਂ ਤੇਰੀ ਇੱਕੋ ਹੀ ਅਰਦਾਸ ਹੋਣੀ ਚਾਹੀਦੀ ਹੈ ਕਿ ਤੇਰਾ ਸਮੁੱਚਾ ਜੀਵਨ ਇਸ ਉਪਦੇਸ਼ ਦੇ ਅਨੁਸਾਰ ਢਲ ਜਾਵੇ। ਕਹਿੰਦੇ ਕੋਈ ਪੂਰਨ ਪੁਰਖ ਕਿਸੇ ਮਹਾਤਮਾ ਦੇ ਕੋਲ ਗਿਆ, ਉਹਨੇ ਕੀ ਕੀਤਾ ਕਿ ਉਹਨੂੰ ਕਿਸੇ ਨੇ ਉਹਨੂੰ ਦੱਸਿਆ ਕਿ ਉਹ ਬੜੇ ਬੰਦਗੀ ਵਾਲੇ ਨੇ, ਬੜੇ ਗਿਆਨ ਵਾਲੇ ਨੇ, ਉਹਨਾਂ ਕੋਲ ਜਾ, ਤੈਨੂੰ ਗਿਆਨ ਦਾ ਉਪਦੇਸ਼ ਦੇਣਗੇ। ਗੱਲ ਮੰਨ ਕੇ ਉਹਨਾਂ ਮਹਾਂਪੁਰਖਾਂ ਦੇ ਕੋਲ ਚਲਾ ਗਿਆ, ਸੰਤ ਜਨਾਂ ਕੋਲ ਚਲਾ ਗਿਆ, ਜਾ ਕੇ ਡੰਡੌਤ ਬੰਦਨਾ ਕਰ ਦਿੱਤੀ। ਤਾਂ ਉਹ ਕਹਿਣ ਲੱਗੇ, ਜਦੋਂ ਉਹਨੇ ਡੰਡੌਤ ਬੰਦਨਾ ਕੀਤੀ ਬਿਲਕੁਲ ਲੰਮੇ ਪੈ ਕੇ, ਤਾਂ ਬਾਅਦ 'ਚ ਮਹਾਤਮਾ ਨੂੰ ਫਤਿਹ ਆਦਿ ਕਹੀ। ਤਾਂ ਉਹ ਮਹਾਤਮਾ ਕਹਿਣ ਲੱਗੇ ਕਿ ਇਹ ਕੰਮ ਸੌਖਾ ਨਹੀਂ ਹੈ। ਤਾਂ ਉਹ ਕਹਿਣ ਲੱਗਾ, ਜੀ ਸੌਖਾ ਹੀ ਹੈ, ਲੰਮੇ ਪੈਣਾ ਹੈ। ਕਹਿੰਦੇ ਇਹੀ ਤਾਂ ਗੱਲ ਹੈ ਕਿ ਸੌਖਾ ਨਹੀਂ ਹੈ। ਕਹਿੰਦਾ ਕਿਵੇਂ? ਕਹਿੰਦਾ ਤੂੰ ਸਾਰਾ ਜ਼ਮੀਨ ਸਰੀਰ ਆਪਣਾ ਜ਼ਮੀਨ ਦੇ ਨਾਲ ਛੁਹਾ ਕੇ ਮੇਰੇ ਸਾਹਮਣੇ ਤੂੰ ਇਹ ਸਮਰਪਣ ਦਾ ਭਾਵ ਪ੍ਰਗਟ ਕੀਤਾ ਹੈ ਕਿ ਜਿਵੇਂ ਧਰਤੀ ਦਾ ਕੋਈ ਬਲ ਨਹੀਂ ਹੈ, ਬਲ ਹੈਗਾ ਆ ਪਰ ਉਹ ਨਿਰਬਲ ਰਹਿੰਦੀ ਹੈ, ਆਪਣੇ ਬਲ ਦਾ ਪ੍ਰਗਟਾਵਾ ਨਹੀਂ ਕਰਦੀ। ਇਸੇ ਪ੍ਰਕਾਰ ਤੂੰ ਮੇਰੇ ਸਾਹਮਣੇ ਡੰਡੌਤ ਹੋ ਕੇ ਪ੍ਰਗਟਾਵਾ ਕੀਤਾ ਹੈ ਕਿ ਮੇਰੀ ਦੇਹ 'ਚ ਜਿਤਨੇ ਬਲ ਨੇ, ਚੱਲਣ ਦਾ, ਸੁਣਨ ਦਾ, ਮੰਨਣ ਦਾ, ਸਮਝਣ ਦਾ, ਇਹ ਸਾਰੇ ਮੇਰੇ ਨਿੱਜ ਲਈ ਨਹੀਂ ਹਨ। ਮੈਂ ਤੁਹਾਡੇ ਸਾਹਮਣੇ ਇਹਨਾਂ ਦਾ ਭਾਵ ਅਰਪਣ ਕਰ ਦਿੰਦਾ ਹਾਂ ਕਿ ਇਹ ਸਾਰੇ ਬਲ ਤੁਹਾਡੇ ਕਹੇ ਅਨੁਸਾਰ ਚੱਲਣਗੇ। ਅਤੇ ਮਹਾਤਮਾ ਕਹਿੰਦਾ ਮੇਰਾ ਉਪਦੇਸ਼ ਬੜਾ ਬਿਖਮ ਹੈ, ਤੇਰੀ ਡੰਡੌਤ ਬੰਦਨਾ ਨੇ ਇਹ ਭਾਵ ਪ੍ਰਗਟ ਕਰ ਦਿੱਤਾ ਹੈ। ਅਤੇ ਜੇ ਮੇਰੇ ਉਪਦੇਸ਼ ਨੂੰ ਧਾਰਨ ਕਰਕੇ ਤੇਰੇ ਸਾਰੇ ਬਲ ਮੇਰੇ ਉਪਦੇਸ਼ ਅਨੁਸਾਰ ਨਾ ਚੱਲੇ ਤਾਂ ਤੇਰੀ ਕੀਤੀ ਹੋਈ ਬੰਧਨ ਝੂਠੀ ਹੋ ਜਾਏਗੀ। ਅਤੇ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ। ਹੁਣ ਜੀਵਨ ਦੇ ਵਿੱਚ ਕਈ ਵਾਰੀ ਦੇਖੀਦਾ, ਹੁਣ ਸਤਿਗੁਰੂ ਸਾਹਿਬ ਦੀ ਬਾਣੀ 'ਚ ਸਾਨੂੰ ਬਹੁਤ ਜਗ੍ਹਾ ਐਸਾ ਮੈਂ ਕਈ ਵਾਰੀ ਦੇਖਦਾ ਕਿ ਗੁਰਬਾਣੀ ਦੇ ਅਨੁਸਾਰ ਸੋਝੀ ਆ ਜਾਣੀ ਵੀ ਬਸ ਸੋਝੀ ਤੱਕ ਹੀ ਠੀਕ ਹੈ। ਜਦੋਂ ਕਰਮ ਵਿੱਚ ਪ੍ਰਗਟਾਉਣਾ ਪੈਂਦਾ ਫਿਰ ਪਤਾ ਲੱਗਦਾ ਗੱਲ ਕਿਸ ਪ੍ਰਕਾਰ ਬਣਦੀ। ਬਾਬਾ ਕਬੀਰ ਸਾਹਿਬ ਜੀ ਭਗਤ ਕਬੀਰ ਸਾਹਿਬ ਜੀ ਆਖਦੇ ਹਨ, ਕਬੀਰ ਜਿਨਹੂ ਕਿਛੂ ਜਾਣਿਆ ਨਹੀਂ ਤਿਨ ਸੁਖ ਨੀਂਦ ਬਿਹਾਏ। ਜਿਨ੍ਹਾਂ ਨੂੰ ਨਹੀਂ ਸੀ ਪਤਾ ਕਿ ਗੁਰਬਾਣੀ ਕੀ ਕਹਿੰਦੀ ਹੈ, ਗੁਰਬਾਣੀ ਨੇ ਗੋਹਜ ਰਮਜਾਂ ਗਿਆਨ ਦੇ ਉਪਦੇਸ਼ ਕਿਹੜੇ ਬਖਸ਼ਿਸ਼ ਕੀਤੇ ਨੇ। ਕਹਿੰਦੇ ਉਹ ਰਮਾਨ ਨਾਲ ਚੱਲੀ ਜਾ ਰਹੇ ਸੀ, ਸੁਖੀ ਸੌਂਦੇ ਸੀ ਸਾਰੀ ਰਾਤ। ਹਮ ਹੋ ਜੋ ਬੂਝਾ ਬੂਝਨਾ ਪੂਰੀ ਭਰੀ ਬੁਲਾਏ। ਕਹਿੰਦੇ ਮਨ ਦੇ ਵਿੱਚ ਜਗਿਆਸਾ ਜਾਗੀ ਕਿ ਸੋਚਿਆ ਗੁਰੂ ਉਪਦੇਸ਼ ਨੂੰ ਸਮਝਿਆ ਜਾਏ। ਕਹਿੰਦੇ ਗੁਰੂ ਚਰਨਾਂ ਵਿੱਚ ਜੁੜੇ ਗੁਰੂ ਸਾਹਿਬ ਜੀ ਨੇ ਇੰਨੀ ਗਹਿਰਾਈ ਉਸ ਉਪਦੇਸ਼ ਦੀ ਸਮਝਾ ਦਿੱਤੀ ਕਿ ਹੁਣ ਪੂਰੀ ਭਰੀ ਬੁਲਾਏ। ਹੁਣ ਇੱਕ ਪਲ ਵੀ ਜੀਵਨ ਸ਼ਾਂਤ ਵਾਲਾ ਟਿਕਾ ਵਾਲਾ ਨਹੀਂ ਬਣਦਾ। ਹਰ ਵੇਲੇ ਉਪਦੇਸ਼ ਬੇਚੈਨੀ ਇਹ ਬੇਚੈਨੀ ਸੰਸਾਰ ਵਾਲੀ ਨਹੀਂ ਹੈ। ਇਹ ਬੇਚੈਨੀ ਹੈ ਕਿ ਹੁਣ ਮੈਂ ਗਿਆਨ ਦਾ ਨੁਕਤਾ ਸੂਤਰ ਸਮਝ ਲਿਆ, ਮੇਰਾ ਪੂਰਾ ਕਰਮ ਇਹਦੇ ਅਨੁਸਾਰ ਕਿਉਂ ਨਹੀਂ ਟਲ ਰਿਹਾ। ਇਹ ਬੇਚੈਨੀ ਹੈ ਇਸ ਤਰ੍ਹਾਂ ਦੀ। ਤਾਂ ਗੁਰੂ ਸਾਹਿਬ ਜੀ ਇਸੇ ਪ੍ਰਕਾਰ ਬਖਸ਼ਿਸ਼ ਕਰਦੇ ਹਨ ਕਿ ਸੰਪੂਰਨ ਸਮਰਪਣ ਵਾਲਾ ਜੀਵਨ। ਤਾਂ ਕਰਕੇ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਕਿਹਾ ਕਿ ਸਮੁੱਚਾ ਜੀਵਨ ਜਿਹੜਾ ਗੁਰਸਿੱਖ ਨੇ ਜਿਉਣਾ ਹੈ ਉਹ ਗੁਰੂ ਕੇ ਆਸ਼ੇ ਅਨੁਸਾਰ ਨੁਕਤਾ ਸਾਂਝਾ ਕਰ ਰਿਹਾ ਸਾਂ ਕਿ ਹੁਣ ਜਿਵੇਂ ਅਸੀਂ ਭਗਤ ਕਬੀਰ ਸਾਹਿਬ ਜੀ ਦਾ ਹੀ ਉਪਦੇਸ਼ ਸ਼ਰਵਣ ਕਰਦੇ ਹਾਂ, ਕਬੀਰ ਸਾਕਤ ਸੰਗ ਨਾ ਕੀਜੀਏ ਦੂਰ ਰਹਿ ਜਾਈਏ ਭਾਗ। ਇਹ ਉਪਦੇਸ਼ ਅਸੀਂ ਸਾਰੇ ਸੁਣਦੇ ਸਮਝਦੇ ਜਾਣਦੇ ਹਾਂ, ਪਰ ਸਾਡੇ ਜੀਵਨ ਦੇ ਬੜੇ ਐਸੇ ਕਰਮ ਬਣੇ ਰਹਿੰਦੇ ਨੇ ਜਦੋਂ ਉਹਨਾਂ ਪੁਰਖਾਂ ਦੀ ਸੁਹਬਤ ਬਣੀ ਰਹਿੰਦੀ ਹੈ। ਪਤਾ ਹੈ ਜਿਨ੍ਹਾਂ ਦੀ ਸੁਹਬਤ ਦੇ ਨਾਲ ਜੀਵਨ ਸਾਡਾ ਗਿਰਾਵਟ ਵੱਲ ਜਾਣਾ ਹੈ। ਕਈ ਵਾਰੀ ਮੈਂ ਸਤਸੰਗੀ ਮਨੁੱਖ ਦੇਖਦਾ ਕਿ ਬੜੇ ਨੇਮੀ ਨੇ, ਪਰ ਉਹਨਾਂ ਦੀ ਸੰਗਤ ਕਿਸੇ ਐਸੇ ਮਨੁੱਖ ਦੇ ਨਾਲ ਹੈ ਕਿ ਜਿਹੜੀ ਉਹਨਾਂ ਦੇ ਰੋਜ਼ਾਨਾ ਦੇ ਉਹਨਾਂ ਦੇ ਬਣੇ ਹੋਏ ਰਸ ਨੂੰ ਚੂਰ ਚੂਰ ਕਰਨ ਵਾਲੀ ਹੈ। ਫਿਰ ਅਗਲੇ ਦੀ ਨਿੱਜੀ ਆਜ਼ਾਦੀ ਮੈਂ ਕੁਝ ਕਹਿ ਨਹੀਂ ਸਕਦਾ ਉਹਦੇ ਵਿੱਚ, ਪਰ ਮੇਰੇ ਮਨ ਅੰਦਰ ਖਿਆਲ ਉਪਜਦਾ ਰਹਿੰਦਾ ਹੈ ਕਿ ਜਿਹੜਾ ਤੂੰ 45 ਮਿੰਟ ਦੇ ਵਿੱਚ ਗੁਰੂ ਸ਼ਬਦ ਦੀ ਵਿਚਾਰ ਦੇ ਨਾਲ ਰਸ ਕਮਾਇਆ ਹੈ, ਇਹ ਇਨਸਾਨ ਸਾਕਤ ਬਿਰਤੀਆਂ ਵਾਲਾ ਹੈ ਅਤੇ ਇਹਨੇ ਤੇਰੇ ਸਾਰੇ ਰਸ ਨੂੰ ਚੂਰ ਕਰ ਦੇਣਾ। ਤੂੰ ਇਹਨੂੰ ਦੋਸ਼ ਦੇਣਾ ਨਹੀਂ ਅਤੇ ਸਵੇਰੇ ਆ ਕੇ ਕਹਿਣਾ ਮੇਰਾ ਗੁਰੂ ਸ਼ਬਦ ਵਿਚਾਰ 'ਚ ਮਨ ਜੁੜਦਾ ਨਹੀਂ। ਤਮਾਮ ਗੁਰੂ ਕੀ ਉਪਦੇਸ਼, ਹੁਣ ਜਿਵੇਂ ਉਦਾਹਰਨ ਦੇ ਤੌਰ 'ਤੇ ਸਾਡੇ ਅਨੇਕਾਂ ਮਿੱਤਰ ਹਨ, ਸੰਬੰਧੀ ਹਨ, ਜਾਣਕਾਰ ਹਨ, ਸਾਨੂੰ ਉਹਦਾ ਵੀ ਗੁਰਬਾਣੀ ਨੇ ਉਪਦੇਸ਼ ਬਖਸ਼ਿਸ਼ ਕੀਤਾ, ਜਿਨ੍ਹਾਂ ਦੀ ਸੰਦੜਿਆਂ ਦੁਰਮਤ ਵੰਝੈ ਮਿੱਤਰ ਅਸਾਡੜੇ ਸੇਈ। ਪਰ ਅਸੀਂ ਕਿੰਨਾ ਕੁ ਜੀਵਨ ਦੇ ਵਿੱਚ ਦ੍ਰਿਸ਼ਟੀਕੋਣ ਬਣਾ ਕੇ ਰੱਖਦੇ ਹਾਂ? 50% ਵੀ ਨਹੀਂ ਅਸੀਂ ਰੱਖਦੇ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ। ਜਿਨ੍ਹਾਂ ਦੇ ਮਸਤਕ ਦੇ ਵਿੱਚ ਗੁਰੂ ਕਾ ਉਪਦੇਸ਼ ਵਸ ਜਾਂਦਾ, ਇਸ ਕਰਕੇ ਭਗਤਾਂ ਕੀ ਚਾਲ ਨਿਰਾਲੀ ਹੁੰਦੀ ਹੈ। ਕਿਉਂਕਿ ਉਹ ਕਹਿੰਦੇ ਕਿ ਹੁਣ ਕਿਹੜੇ ਪਾਸੇ
ਕਹਿੰਦੇ ਕੋਈ ਨਾ ਜਗਿਆਸੂ ਕਿਸੇ ਮਹਾਤਮਾ ਕੋਲ ਗਿਆ ਤਾਂ ਉਹ ਬੜਾ ਚਿਰ ਉਹਨੂੰ ਸਤ ਸੰਗਤ ਕਰਦੇ ਨੂੰ ਹੋ ਗਿਆ ਸੀ। ਤਾਂ ਉਹ ਕਹਿਣ ਲੱਗਾ ਕਿ ਮਹਾਤਮਾ ਕਹਿੰਦਾ ਜੀ ਮੈਨੂੰ ਕੋਈ ਗਿਆਨ ਦਾ ਉਪਦੇਸ਼ ਦਿਓ। ਉਹ ਮਹਾਤਮਾ ਕਹਿਣ ਲੱਗੇ ਇੱਕ ਪਾਸੇ ਹੋ ਜਾ। ਤਾਂ ਉਹ ਜਗਿਆਸੂ ਬੜਾ ਹੈਰਾਨ ਹੋਇਆ, ਕਹਿਣ ਲੱਗਾ ਜੀ ਮੈਂ ਤੁਹਾਨੂੰ ਗਿਆਨ ਦਾ ਉਪਦੇਸ਼ ਦੇਣ ਲਈ ਕਿਹਾ, ਤੁਸੀਂ ਗਿਆਨ ਦਾ ਉਪਦੇਸ਼ ਦਿਓ, ਕੋਈ ਸ਼ਬਦ ਦੀ ਬਖਸ਼ਿਸ਼ ਕਰੋ, ਕੋਈ ਮੰਤਰ ਦੱਸੋ, ਕੋਈ ਉਹਦੀ ਵਿਚਾਰ ਸੁਣਾਓ। ਕਹਿੰਦਾ ਦੱਸ ਤਾਂ ਦਿੱਤਾ ਹੈ ਕਿ ਇੱਕ ਪਾਸੇ ਹੋ ਜਾ। ਬੜਾ ਪਰੇਸ਼ਾਨ ਹੋਇਆ, ਕਹਿੰਦਾ ਮੇਰੇ ਤੋਂ ਇਸ ਤੋਂ ਵੱਧ ਮੇਰੇ ਕੋਲੋਂ ਗਿਆਨ ਨਹੀਂ, ਮੈਂ ਤੈਨੂੰ ਕਹਿ ਦਿੱਤਾ। ਵਾਪਸ ਆ ਗਿਆ, ਕਿਸੇ ਹੋਰ ਦੇ ਕੋਲੋਂ ਪੁੱਛਿਆ, ਕਹਿਣ ਲੱਗਾ ਕਿ ਮੈਂ ਉਸ ਮਹਾਤਮਾ ਕੋਲ ਗਿਆ, ਲੋਕੀ ਉਹਨੂੰ ਗਿਆਨਵਾਨ ਕਹਿੰਦੇ, ਉਹਨੂੰ ਤਾਂ ਗਿਆਨ ਦੀ ਕੋਈ ਗੱਲ ਹੀ ਨਹੀਂ ਆਉਂਦੀ। ਕਹਿੰਦਾ ਕੀ? ਕਹਿੰਦਾ ਮੈਂ ਜਾ ਕੇ ਪੁੱਛਿਆ, ਕਹਿੰਦਾ ਕਿ ਇੱਕ ਪਾਸੇ ਹੋ ਜਾ, ਇੱਕ ਪਾਸੇ ਹੋ ਜਾ। ਤਾਂ ਕਹਿੰਦੇ ਮੈਂ ਹੁਣ ਇਸ ਗੱਲ ਦਾ ਕੀ ਅਰਥ ਹੈ? ਕਹਿੰਦਾ ਦਰਅਸਲ ਉਹਨੇ ਤੈਨੂੰ ਰਮਜ ਰੂਪ ਦੇ ਵਿੱਚ ਇੱਕ ਵਾਕ ਕਹੇ ਨੇ। ਫਕੀਰਾਂ ਦੀ ਸਭ ਤੋਂ ਵੱਡੀ ਗੱਲ ਮੈਨੂੰ ਕਿਸੇ ਮੇਰੇ ਨਿਕਟਵਰਤੀ ਨੇ ਦੱਸੀ ਸੀ ਕਿ ਮੈਂ ਕਿਹਾ ਫਕੀਰ ਦੀ ਸਭ ਤੋਂ ਵੱਡੀ ਖਾਸੀਅਤ ਕੀ ਹੈ? ਕਹਿੰਦਾ ਉਹਦਾ ਗਿਆਨ ਇੰਨੀ ਸਾਦਗੀ ਦੇ ਵਿੱਚ ਢਲ ਜਾਂਦਾ ਹੈ ਕਿ ਜਿਹੜੇ ਗਿਆਨ ਦੇ ਵੱਡੇ ਵੱਡੇ ਉਪਦੇਸ਼ ਚਿੰਤਕਾਂ ਦੇ ਕੋਲੋਂ ਵੀ ਸਰਲ ਕਰਕੇ ਜਾਂ ਹੱਲ ਕਰਕੇ ਨਹੀਂ ਸਮਝਾਏ ਜਾਂਦੇ, ਫਕੀਰ ਉਹਨੂੰ ਵੀ ਸਾਦਗੀ ਦੇ ਵਿੱਚ ਦੂਜੇ ਦੇ ਅੰਦਰ ਪਾ ਦਿੰਦਾ। ਮਤਲਬ ਉਹਦਾ ਸਾਰਾ ਕੁਝ ਸਾਦਗੀ ਵਿੱਚ ਢਲ ਜਾਂਦਾ, ਇਹ ਫਕੀਰ ਹੁੰਦਾ। ਤਾਂ ਕਹਿੰਦਾ ਕਿ ਉਹਨੇ ਤੈਨੂੰ ਦਰਅਸਲ ਇਹ ਕਿਹਾ ਹੈ ਕਿ ਤੂੰ ਗਿਆਨ ਦੇ ਵਾਕ ਰੋਜ਼ਾਨਾ ਸੁਣਦਾ ਹੋਏਗਾ, ਤੈਨੂੰ ਬਹੁਤ ਸਾਰੇ ਗਿਆਨ ਦੀਆਂ ਗੱਲਾਂ ਪਤਾ ਹੋਣਗੀਆਂ। ਕਹਿੰਦਾ ਹਾਂ। ਕਹਿੰਦਾ ਪਰ ਹੋ ਸਕਦਾ ਤੇਰੇ ਕਰਮ ਉਹਨਾਂ ਗਿਆਨ ਦੇ ਵਾਕਾਂ ਅਨੁਸਾਰ ਨਾ ਹੋਣ। ਇੱਕ ਪਾਸੇ ਤੂੰ ਨਿਰੰਕਾਰ ਦੀ ਵੀ ਪੂਰੀ ਸੋਝੀ ਰੱਖਦਾ ਹੋਏਗਾ, ਦੂਜੇ ਪਾਸੇ ਤੇਰੇ ਪੈਰ ਸੰਸਾਰ ਵਾਲੇ ਪਾਸੇ ਵੀ ਫਸੇ ਹੋਣਗੇ। ਇਸ ਕਰਕੇ ਤੈਨੂੰ ਉਹਨੇ ਕਿਹਾ ਇੱਕ ਪਾਸੇ ਹੋ ਜਾ, ਜਾਂ ਤਾਂ ਪੂਰੀ ਤਰ੍ਹਾਂ ਸੰਸਾਰ ਦਾ ਹੋ ਕੇ ਜਿਉਂ ਜਾਂ ਨਿਰੰਕਾਰ ਦਾ ਹੋ ਕੇ ਜਿਉਂ, ਵਿੱਚ ਵਿਚਾਲੇ ਰਹਿਣ ਦਾ ਕੋਈ ਮਤਲਬ ਨਹੀਂ ਹੁੰਦਾ। ਕਹਿੰਦਾ ਉਹਨੇ ਤੈਨੂੰ ਦਰਅਸਲ ਇਹ ਗੱਲ ਕਹੀ ਹੈ। ਦਰਅਸਲ ਕਈ ਵਾਰੀ ਦੇਖਣ ਚਾਹੁੰਦਾ ਕਿਸੇ ਦੂਜੇ ਦੀ ਗੱਲ ਕਿਉਂ, ਆਪਣਾ ਹੀ ਜੀਵਨ ਦੇਖੀਏ ਤਾਂ ਬੜੀ ਵਾਰੀ ਐਸਾ ਦੇਖਣ ਚਾਹੁੰਦਾ ਹੈ ਕਿ ਗੁਰੂ ਕੇ ਉਪਦੇਸ਼ਾਂ ਨੂੰ ਵਾਚਿਆ, ਸਮਝਿਆ ਔਰ ਬੜੀ ਗਹਿਰਾਈ ਤਾਲ ਜਾ ਕੇ ਦੇਖਿਆ, ਪਰ ਫਿਰ ਵੀ ਸਮੁੱਚਾ ਉਪਦੇਸ਼ ਨੂੰ ਗੁਰੂ ਅਨੁਸਾਰ ਸਾਧਨਾਗਤ ਨਹੀਂ ਹੁੰਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ। ਇਸ ਕਰਕੇ ਕਦੀ ਨਾ ਇਹ ਜਾਣੋ, ਇਸ ਕਰਕੇ ਮੈਂ ਜਿਵੇਂ ਕੁਝ ਦਿਨ ਪਹਿਲਾਂ ਗ੍ਰਸਤੀ ਜੀਵਨ ਦੇ ਪੈਟਰਨ ਬਣਾ ਰਿਹਾ ਸੀ, ਤਾਂ ਉਹਦੇ ਵਿੱਚ ਮੈਨੂੰ ਇੱਕ ਨੁਕਤਾ ਮੈਂ ਸਮਝਿਆ ਕਿ ਜਿਵੇਂ ਹਰੇਕ ਜੀਵਨ ਦੀ ਅਵਸਥਾ ਹੁੰਦੀ ਹੈ ਜਦੋਂ ਮਨੁੱਖ ਸਮਝਦਾ ਹੈ, ਜਿਵੇਂ ਆਪ ਜੀ ਸਾਰੇ ਵਡੇਰੀ ਆਜੂ ਵਾਲੇ ਹੋ, ਜੀਵਨ ਦੇ ਕਿਸੇ ਇੱਕ ਪਲ 'ਤੇ ਆ ਕੇ ਐਸਾ ਅਨੁਭਵ ਤਾਂ ਜ਼ਰੂਰ ਹੋਇਆ ਹੋਣਾ ਕਿ ਹੁਣ ਜਿਹੜਾ ਪਰਿਵਾਰਕ ਤੌਰ 'ਤੇ ਜਿਤਨੀਆਂ ਜ਼ਿੰਮੇਵਾਰੀਆਂ ਸਨ ਸਾਰੀਆਂ ਪੂਰੀਆਂ ਹੋ ਗਈਆਂ ਨੇ, ਅਤੇ ਹੁਣ ਲੱਗਦਾ ਹੈ ਕਿ ਜਿਹੜਾ ਜੀਵਨ ਦਾ ਅਸਲੀ ਕਰਮ ਹੈ ਉਹਦੇ ਵੱਲ ਪਰਤ ਜਾਈਏ। ਇਹ ਖਿਆਲ ਲਗਭਗ ਹਰੇਕ ਮਨੁੱਖ ਨੂੰ ਜਦੋਂ ਉਹ 50 ਕੁ ਸਾਲ ਦੀ ਆਜੂ ਪਾਰ ਕਰ ਲੈਂਦਾ ਆਉਂਦਾ, ਜ਼ਰੂਰ ਆਉਂਦਾ, ਕੋਈ ਐਸਾ ਨਹੀਂ ਜਿਹਨੂੰ ਨਾ ਆਵੇ। ਜਦੋਂ ਬਿਲਕੁਲ ਮਹਿਸੂਸ ਕਰਦਾ ਕਿ ਹੁਣ ਬੱਚੇ ਵੀ ਆਪਣੀ ਜਗ੍ਹਾ ਠੀਕ ਨੇ, ਹੋਰ ਰਿਸ਼ਤੇਦਾਰੀਆਂ ਦੇ, ਕਾਰੋਬਾਰ ਦੇ ਸਾਰੇ ਪੱਧਰ ਠੀਕ ਚੱਲ ਰਹੇ ਨੇ, ਕਿ ਹੁਣ ਮਤਲਬ ਮੇਰੀ ਸ਼ਮੂਲੀਅਤ ਦੇ ਨਾਲ ਬਹੁਤਾ ਫਰਕ ਪੈਣ ਵਾਲਾ ਨਹੀਂ। ਪਰ ਜਦੋਂ ਇਹ ਭਾਵ ਜਾਗਦਾ ਹੈ, ਦੇਖਿਆ ਕਿ ਉੱਥੇ ਜਾ ਕੇ ਵੀ ਮਨੁੱਖ ਇਸ ਭਾਵ ਨੂੰ ਕੀ ਹੈ ਤਲਾਂਜਲੀ ਦੇ ਦਿੰਦਾ, ਕਹਿੰਦਾ ਛੱਡੋ, ਫਿਰ ਸੰਸਾਰ ਵਾਲੇ ਪਾਸੇ ਹੀ ਚੱਲਦੇ ਹਾਂ। ਇਹਦਾ ਮਤਲਬ ਬਖਸ਼ਿਸ਼ ਦੇ ਕਣ ਤਾਂ ਸਾਡੇ ਜੀਵਨ 'ਚ ਉਤਰਦੇ ਨੇ, ਸਾਡੀ ਚੇਤਨਾ ਨੂੰ ਦੁਬਾਰਾ ਅੰਕੁਰਿਤ ਹੋਣ ਦੇ ਤਾਂ ਪਲ ਬਣਦੇ ਨੇ, ਪਰ ਅਸੀਂ ਉਹਨਾਂ ਪਲਾਂ ਦੀ ਪਛਾਣ ਨਹੀਂ ਕਰਦੇ। ਇਸੇ ਕਰਕੇ ਭਗਤ ਤਾਂ ਉੱਤਮ ਹੈ ਕਿ ਉਹ ਬੰਦਗੀ ਦੇ ਹਰ ਪਲ ਦੀ ਪਛਾਣ ਕਰਦਾ ਹੈ। ਜਿਸ ਪਲ ਦੇ ਵਿੱਚ ਜਿਹੜਾ ਕਰਮ ਬਣ ਸਕਦਾ ਉਹਦੀ ਦੀਰਘ ਪਛਾਣ ਕਰਦਾ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ। ਹੁਣ ਇਸ ਨੂੰ ਭਾਈ ਲਹਿਣਾ ਜੀ ਦੇ ਜੀਵਨ ਦੇ ਨੁਕਤੇ ਤੋਂ ਹੀ ਵਾਚ ਲਿਆ ਜਾਵੇ। ਉਹਨਾਂ ਸਤਿਗੁਰੂ ਸਾਹਿਬ ਜੀ ਦੇ ਕੋਲ ਹੁਣ ਦੇਖੋ ਭਾਵਨਾ ਦੇ ਵਿੱਚ ਪਹਿਲਾਂ ਇੱਕ ਜਗਿਆਸਾ ਦਾ ਨੁਕਤਾ ਰੱਖ ਲਿਆ ਭਾਈ ਲਹਿਣਾ ਜੀ ਨੇ ਕਿ ਅਗਰ ਗੁਰੂ ਨਾਨਕ ਸਾਹਿਬ ਜੀ ਪੂਰਨ ਹਨ ਤਾਂ ਉਹ ਮਤਲਬ ਇਸ ਤਰ੍ਹਾਂ ਪ੍ਰਗਟ ਹੋਣਗੇ, ਤਾਂ ਉਹਨਾਂ ਨੇ ਕਿਹਾ ਪੂਰਨ ਸਤਿਗੁਰੂ ਹੋਣਗੇ, ਮੇਰੀ ਮਨੋਵਿਥਿਆ ਜਾਣ ਲੈਣਗੇ। ਗੁਰੂ ਸਾਹਿਬ ਜੀ ਖੁਦ ਲੈ ਕੇ ਗਏ। ਜਦੋਂ ਉਹਨਾਂ ਦੀ ਭਾਵਨਾ ਪਰਿਪੱਕ ਹੋ ਗਈ, ਫਿਰ ਅਸੀਂ ਜਾਣਦੇ ਕਿ 7 ਸਾਲ ਗੁਰੂ ਚਰਨਾਂ 'ਚ ਜੀਵਨ ਬਤੀਤ ਕੀਤਾ। ਇਤਿਹਾਸ ਵਿੱਚ ਤਾਂ 10-12 ਹੀ ਮਿਸਾਲਾਂ ਮਿਲਦੀਆਂ ਨੇ ਕਿ ਗੁਰੂ ਸਾਹਿਬ ਜੀ ਹੁਕਮ ਨੂੰ ਇਉਂ ਮੰਨਿਆ। ਪਤਾ ਨਹੀਂ ਕਿੰਨੀਆਂ ਮਿਸਾਲਾਂ ਹੋਣਗੀਆਂ 7 ਸਾਲਾਂ ਦੇ ਵਿੱਚ ਜਿਹੜੀਆਂ ਗੁਰੂ ਕੇ ਚਰਨਾਂ ਦੀ ਕਮਾਈਆਂ ਹੋਣਗੀਆਂ। ਉਹ ਕਾਹਦੇ ਕਰਕੇ ਕਿ ਗੁਰੂ ਨੂੰ ਸਮਰਪਣ ਕਰ ਦਿੱਤਾ, ਆਪਣੀ ਹਸਤੀ ਬਾਕੀ ਨਹੀਂ ਰਹੀ। ਮੈਨੂੰ ਸਮਾਜਿਕ ਜੀਵਨ 'ਤੇ ਕੋਈ ਗੱਲ ਯਾਦ ਆਉਂਦੀ ਹੈ, ਉਹਦੇ ਵਿੱਚ ਅਸੀਂ ਆਖਦੇ ਹਾਂ ਕਿ ਜਿਵੇਂ ਕਹਿੰਦੇ ਨੇ ਕਿ ਗੁਰੂ ਘਰ ਜਾਓ ਆਪਣੀ ਮਰਜ਼ੀ ਨਾਲ, ਪਰ ਆਓ ਗੁਰੂ ਦੀ ਮਰਜ਼ੀ ਨਾਲ। ਤਾਂ ਦੇਖਿਆ ਕਿ ਸਤਸੰਗੀ ਮਨੁੱਖਾਂ ਦੀ ਨੈਤਿਕਤਾ ਇੰਨੀ ਵੀ ਸਸ਼ਕਤ ਨਹੀਂ ਕਿ ਘੱਟੋ ਘੱਟ ਪੂਰੀ ਵਿਚਾਰ ਹੀ ਸਰਵਣ ਕਰ ਲਈ ਜਾਵੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ। ਉਹਨਾਂ ਦੇ ਜੀਵਨ ਦੀ ਸਿਰ ਮਸਤਕ ਦੀ ਰੱਖਿਆ ਪਰਮੇਸ਼ਰ ਆਪ ਕਰਦਾ ਹੈ। ਜਿਹੜੇ ਗੁਰ ਪਰਮੇਸ਼ਰ ਦੇ ਨਾਲ
ਜੁੜ ਜਾਂਦੇ ਹਨ ਤਾਂ ਅੱਗੇ ਗੁਰੂ ਸਾਹਿਬ ਜੀ ਕਹਿੰਦੇ ਸਿਰ ਮਸਤਕ, ਇਹਦਾ ਵਿਚਲਾ ਹੀ ਨੁਕਤਾ ਰਹਿ ਗਿਆ ਕਿ ਇਹਦੇ ਵਿੱਚ ਅੱਖਾਂ ਵੀ ਮੌਜੂਦ ਹਨ, ਕੰਨ ਵੀ ਮੌਜੂਦ ਹਨ, ਭਾਵ ਕਿ ਸਮੁੱਚਾ ਹੀ ਸਿਰ ਸਫਲ ਕਰਨਾ ਹੈ। ਕੇਵਲ ਇੱਥੋਂ ਤੱਕ ਨਹੀਂ ਕਿ ਨੇਤਰਾਂ ਦੇ ਨਾਲ ਦਰਸ਼ਨ ਕਰ ਲਿਆ ਤਾਂ ਮੇਰੀ ਗੱਲ ਪੂਰੀ ਹੋ ਗਈ। ਸਭ ਤੋਂ ਪ੍ਰਥਮ ਕਰਮ ਹੈ ਕਦਮ ਚੱਲਣ ਗੁਰੂ ਘਰ ਵੱਲ। ਫਿਰ ਅਗਲਾ ਕਰਮ ਹੈ ਕਿ ਭਾਵਨਾ ਪਰਿਪੱਕ ਹੋਵੇ, ਫਿਰ ਨੇਤਰਾਂ ਦੇ ਅੰਦਰ ਪੂਰੀ ਭਾਵਨਾ ਹੋਵੇ। ਸਤਿਗੁਰੂ ਦੇ ਦਰਸ਼ਨ ਕਰਦਿਆਂ ਮੈਨੂੰ ਕਈ ਇਨਸਾਨਾਂ ਦੀ ਭਾਵਨਾ ਦੇ ਵਾਕ ਬੜੇ ਯਾਦ ਆਉਂਦੇ ਨੇ ਕਿ ਉਹ ਕਿੱਡਾ ਵੱਡਾ ਜੀਵਨ ਜਿਉਂਦੇ ਨੇ। ਕਿਸੇ ਜਗ੍ਹਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਸਵਾਰੀ ਲੈ ਕੇ ਕਿਸੇ ਸੇਵਕਾਂ ਦੇ ਗ੍ਰਹਿ ਵਿਖੇ ਪਾਠ ਆਦਿ ਸ੍ਰੀ ਅਖੰਡ ਪਾਠ ਸਾਹਿਬ ਰੱਖਣਾ ਸੀ ਤਾਂ ਕੇਵਲ 3 ਸਿੰਘ ਸਨ। ਤਾਂ ਬਕਾਇਦਾ ਇੱਕ ਅੱਗੇ ਜਲ ਤਰੌਂਕਣ ਵਾਲਾ, ਤਾਂ ਇੱਕ ਜਿਹਨੇ ਸਵਾਰੀ ਚੁੱਕੀ ਹੋਈ ਸੀ, ਇੱਕ ਚੌਰ ਸਾਹਿਬ ਵਾਲਾ ਮੈਂ ਖੁਦ ਸਾਂ, ਤਾਂ ਇੱਕ ਸਾਡੇ ਨਾਲ ਹੋਰ ਸੀ, 5 ਪੂਰੇ ਨਹੀਂ ਸਾਂ। ਜਦੋਂ ਉਸ ਇਨਸਾਨ ਦੇ ਜਿਹਦੇ ਘਰ ਸਤਿਗੁਰੂ ਸਾਹਿਬ ਜੀ ਦਾ ਪਾਵਨ ਸਰੂਪ ਬਿਰਾਜਮਾਨ ਹੋਣਾ ਸੀ, ਸ਼ੋਭਿਤ ਹੋਣਾ ਸੀ, ਉਹਦੇ ਘਰ ਗਏ ਤਾਂ ਉਹਦੇ ਪਰਿਵਾਰ 'ਚੋਂ ਇੱਕ ਨੇ ਤਨਜ ਕੀਤੀ, ਕਹਿੰਦਾ ਬਾਬਾ ਜੀ ਘੱਟੋ ਘੱਟ 5 ਤਾਂ ਹੋ ਜਾਂਦੇ। ਤਾਂ ਜਿਹੜਾ ਮੇਰੀ ਮਗਰਲੀ ਤਰਫ ਸੀ ਉਹਨੇ ਸੁਭਾਵਿਕ ਬਚਨ ਕਹੇ, ਕਹਿੰਦਾ ਤੂੰ 5 ਦੀ ਗੱਲ ਕਰਦਾ, ਇੱਥੇ 36 ਮਹਾਂਪੁਰਖ ਆਏ ਹੋਏ ਨੇ। ਗੱਲ ਕੀ ਹੈ ਕਿ ਉਹ ਮਤਲਬ ਇਸ ਗੱਲ ਨੂੰ ਪੂਰਾ ਰਿਲਾਈਜ਼ ਕਰ ਰਿਹਾ ਕਿ ਵਾਕਿਆ 36 ਮਹਾਂਪੁਰਖਾਂ ਦਾ ਮਹਾਂਸਰੂਪ ਚੱਲ ਰਿਹਾ ਹੈ। ਜਿਹੜਾ ਤਾਂ ਬਾਹਰੀ ਠੀਕ ਹੈ ਕਿ ਮੈਂ ਉਸ ਗੱਲ ਦੀ ਇਨਕਾਰ ਨਹੀਂ ਕਰਦਾ ਕਿ 5 ਨਹੀਂ ਹੋਣੇ ਚਾਹੀਦੇ, ਪਰ ਇਹ ਉਹਦੀ ਰਿਲਾਈਜੇਸ਼ਨ ਦਾ ਇੱਕ ਪਾਰਟ ਹੈ ਕਿ ਜਿਹਦੇ ਵਿੱਚ ਉਹ 36 ਮਹਾਂਪੁਰਖਾਂ ਦੀ ਜੋ ਗਿਆਨਮਈ ਪ੍ਰਕਾਸ਼ਮਈ ਸ਼ਬਦ ਰੂਪ ਹੋਂਦ ਹੈ ਉਹਨੂੰ ਉਹ ਵਾਕਿਆ ਹੀ ਮਾਣ ਰਿਹਾ ਹੈ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੇ ਅੰਦਰ ਇਹ ਰਿਲਾਈਜੇਸ਼ਨ ਪਈ ਹੁੰਦੀ ਹੈ ਕਿ ਉਹਨਾਂ ਦੇ ਨੇਤਰ ਸਫਲ ਹੁੰਦੇ ਨੇ ਗੁਰੂ ਦਰਸ਼ਨ ਕੀਤਿਆਂ। ਇਸ ਕਰਕੇ ਇਸ ਹਰ ਗੱਲ ਨੂੰ ਮਾਣਨਾ ਜ਼ਰੂਰ ਚਾਹੀਦਾ ਹੈ। ਜਦੋਂ ਅਸੀਂ ਕੁਝ ਗੱਲਾਂ ਨੂੰ ਮਾਣਨਾ ਨਹੀਂ ਨਾ ਸ਼ੁਰੂ ਕਰਦੇ ਤਾਂ ਫਿਰ ਉਹਦੇ ਨਾਲ ਹੁੰਦਾ ਕੀ ਹੈ ਕਿ ਸਾਡੀ ਭਗਤੀ ਦੀ ਭਾਵਨਾ ਦਿਨੋਂ ਦਿਨ ਕਮਜ਼ੋਰ ਹੁੰਦੀ ਚਾਹੀਦੀ। ਚਾਹ ਹੋਣਾ ਚਾਹੀਦਾ ਕਿ ਦੇਖਦਾ ਗੁਰਸਿੱਖਾਂ ਦੇ ਜੀਵਨ ਦੀ ਰਵਾਨੀ ਉੱਪਰ, ਜਿਵੇਂ ਉਦਾਹਰਨ ਦੇ ਤੌਰ ਤੇ ਪ੍ਰੋਫੈਸਰ ਪੂਰਨ ਸਿੰਘ ਨੂੰ ਕਿਸੇ ਨੇ ਕਿਹਾ ਕਿ ਪ੍ਰੋਫੈਸਰ ਸਾਹਿਬ ਕਿ ਗੁਰਸਿੱਖ ਦਾ ਜੀਵਨ ਕਿਹੋ ਜਿਹਾ ਹੋਣਾ ਚਾਹੀਦਾ। ਕਹਿੰਦੇ ਜੀ ਉਹਨਾਂ ਸੁਭਾਅ ਸਰਲ ਜਿਹਾ ਜਵਾਬ ਦਿੱਤਾ, ਕਹਿੰਦੇ ਅਮਲੀ ਵਰਗਾ। ਤਾਂ ਉਹ ਕਹਿੰਦੇ ਜੀ ਇਹ ਤਾਂ ਗੱਲ ਠੀਕ ਜੀ ਨਹੀਂ ਲੱਗਦੀ। ਕਹਿੰਦਾ ਦਰਅਸਲ ਅਮਲੀ ਦੇ ਨਸ਼ਾ ਕੀਤਾ ਹੋਵੇ ਤਾਂ ਉਹਨੂੰ ਦੱਸਣਾ ਨਹੀਂ ਪੈਂਦਾ ਕਿ ਮੈਂ ਨਸ਼ਾ ਕੀਤਾ ਹੈ, ਉਹਦੀ ਤੋਰ ਉਹਦਾ ਸਾਰਾ ਕੁਝ ਦੱਸ ਦਿੰਦਾ ਕਿ ਵਾਕਿਆ ਇਹ ਬੰਦਾ ਨਸ਼ੇ ਦੇ ਸਹਿਤ ਹੈ। ਜੇ ਬੰਦੇ ਨੇ ਘੰਟਾ ਕੀਰਤਨ ਸ਼ਰਵਣ ਕੀਤਾ ਹੋਵੇ, ਕਥਾ ਸ਼ਰਵਣ ਕੀਤੀ ਹੋਵੇ ਔਰ ਰੋਜ਼ਾਨਾ ਸਤਸੰਗੀ ਹੋਵੇ, ਉਹਦੇ ਜੀਵਨ ਦੀ ਚਾਲ ਹੀ ਦੱਸ ਦੇ ਕਿ ਇਹਦਾ ਜੀਵਨ ਗੁਰੂ ਦੀ ਸ਼ਬਦ ਉਪਦੇਸ਼ ਦੇ ਨਾਲ ਗੁਰੂ ਕੇ ਰੰਗ ਵਿੱਚ ਰਤਿਆ ਹੋਇਆ ਜੀਵਨ ਹੈ। ਨਾ ਕਿ ਉਹਦੇ ਚਾਲ ਤੋਂ ਦੇਖਿਆ ਕਈ ਵਾਰੀ ਸਤਸੰਗੀ ਮਨੁੱਖਾਂ ਦੇ ਜਿਹੜੇ ਰੋਜ਼ਾਨਾ ਦੇ ਹੁੰਦੇ ਹਨ ਉਹਨਾਂ ਦੇ ਸੰਬੰਧ ਵਿੱਚ ਉਹਨਾਂ ਦੇ ਨਿਕਟ ਵਰਤੀ ਕਹਿੰਦੇ ਹੁੰਦੇ ਹਨ ਕਿ ਜੀ ਅਸੀਂ ਇਹਨੂੰ ਜਾਣਦੇ। ਇਹਦਾ ਮਤਲਬ ਉਹਦੇ ਜੀਵਨ ਦੀ ਤੋਰ ਕੁਝ ਹੋਰ ਤਰ੍ਹਾਂ ਦੀ ਵੀ ਹੈ। ਜਿਹੜੇ ਉਹਦੇ ਸੰਬੰਧੀ ਜਾਣਦੇ ਨੇ ਤਾਂ ਗੁਰੂ ਸਾਹਿਬ ਜੀ ਕਹਿੰਦੇ ਸਿਰ ਮਸਤਕ ਰੱਖਿਆ ਪਾਰ ਬ੍ਰਹਮੰ। ਜਦੋਂ ਸਾਨੂੰ ਸਾਡੇ ਨਤਮਸਤਕ ਹੋਣ ਦੀ ਸਫਲਤਾ ਸਮਝ ਆਏਗੀ, ਜਦੋਂ ਸਾਡੇ ਬੁੱਧੀ ਦੇ ਅੰਦਰ ਵਸੇ ਹੋਏ ਉਪਦੇਸ਼ ਤੋਂ ਜਾਣੂ ਹੋਵਾਂਗੇ, ਜਦੋਂ ਨੇਤਰ ਇਸ ਕਰਕੇ ਭਗਤ ਇੱਕ ਜਗ੍ਹਾ ਇੱਕ ਕਿਸੇ ਵਿਦਵਾਨ ਦੇ ਵਾਕ ਨੇ, ਕਹਿੰਦਾ ਜਦੋਂ ਭਗਤ ਦਾ ਸਮੁੱਚਾ ਜੀਵਨ ਜਾਗ ਜਾਂਦਾ ਹੈ ਫਿਰ ਉਹਨੂੰ ਉਹਦੇ ਅੰਦਰ ਇੱਕ ਅਵਸਥਾ ਬਣਦੀ ਹੈ। ਉਸ ਅਵਸਥਾ ਨੂੰ ਉਹਨੇ ਇੱਕ ਵਾਕ 'ਚ ਕਿਹਾ ਹੈ, ਕਹਿੰਦਾ ਫਿਰ ਉਹਨੂੰ ਪਤਾ ਲੱਗਦਾ ਹੈ ਕਿ ਜੀਵਨ ਸੱਚ, ਇਹ ਸਾਰਾ ਸਰੀਰ ਹੀ ਸੱਚ ਕਮਾਉਣ ਲਈ ਬਣਿਆ। ਸੱਚ ਕਮਾਉਣ ਦੇ ਲਈ ਬਣਦਾ ਭਾਵ ਕਿ ਜਦੋਂ ਨੇਤਰ ਬਿਲਕੁਲ ਪਰਮੇਸ਼ਵਰੀ ਨੁਕਤੇ ਅਨੁਸਾਰ ਦੇਖਣਾ ਸ਼ੁਰੂ ਕਰ ਦਿੰਦੇ, ਫਿਰ ਕਹਿੰਦੇ ਉਹਦਾ ਦੇਖਣਾ ਵੀ ਸੱਚ ਦੀ ਕਮਾਈ ਹੋ ਜਾਂਦਾ। ਇਸੇ ਕਰਕੇ ਗੁਰਬਾਣੀ 'ਚ ਵਾਕ ਆਉਂਦਾ ਨਾ, ਸੱਚ ਹੋਰ ਹੈ ਸਭ ਕੋ ਉੱਪਰ ਸੱਚ ਆਚਾਰ, ਕਿ ਸੱਚ ਦੀ ਗੱਲ ਕਥਣੀ ਮੰਨਣੀ ਇਹ ਸਭ ਕੁਝ ਸਰਲ ਹੈ, ਪਰ ਜਦੋਂ ਇਹ ਆਚਾਰ ਵਿੱਚ ਢਲ ਜਾਏ ਤਾਂ ਉਹਦੇ ਨਾਲੋਂ ਵੀ ਉੱਤਮ ਹੋ ਜਾਂਦੀ ਹੈ। ਤਾਂ ਇਸੇ ਪ੍ਰਕਾਰ ਹੁਣ ਦੇਹਾ ਸਫਲ ਕਰਨੀ ਹੈ ਤਾਂ ਇਹ ਨੁਕਤੇ ਸਾਡੀ ਪਕੜ ਵਿੱਚ ਹੋਣੇ ਚਾਹੀਦੇ ਨੇ ਕਿ ਸਾਡਾ, ਕਿਉਂਕਿ ਕਰਮ ਦਾ ਐਸਾ ਵਿਧਾਨ ਹੈ ਕਿ ਅਸੀਂ 1 ਸੈਕਿੰਡ ਵੀ ਕਰਮ ਤੋਂ ਦੂਰ ਨਹੀਂ ਰਹਿ ਸਕਦੇ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ। ਹੁਣ ਗੁਰੂ ਸਾਹਿਬ ਜੀ ਦਾ ਨੁਕਤਾ ਦੇਖੋ, ਸਾਨੂੰ ਸਤਿਗੁਰੂ ਸਾਹਿਬ ਜੀ ਨੇ ਸਾਧਨਾ ਹੀ ਐਸੀ ਦਿੱਤੀ ਹੈ ਕਿ ਸਾਨੂੰ ਕੋਈ ਵਿਸ਼ੇਸ਼ ਯਤਨ ਨਹੀਂ ਕਰਨਾ ਪੈਂਦਾ। ਇੱਕ ਕਥਨ, ਇੱਕ ਸੁਣਨ, ਇੱਕ ਗਾਇਨ ਕਰਨ, ਇੱਕ ਸ਼ਰਵਣ ਕਰਨ। ਪਰ ਜਿਹੜੇ ਗਾਇਨ ਕਰਨ ਕਥਨ ਉਹ ਖੁਦ ਵੀ ਸ਼ਰਵਣ ਕਰਨ। ਉਦਾਹਰਨ ਦੇ ਤੌਰ 'ਤੇ ਤੁਸੀਂ ਤਾਂ ਸੁਣ ਰਹੇ ਹੋ, ਮੈਂ ਖੁਦ ਦੀ ਗੱਲ ਆਪਣੀ ਆਪ ਵੀ ਸੁਣ ਰਿਹਾ ਬੁੱਧੀ ਦੇ ਕਿਸੇ ਇੱਕ ਹਿੱਸੇ ਵਿੱਚੋਂ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹਸਤ ਕਾਇਆ ਰੱਖਿਆ ਪਰਮੇਸ਼ਵਰ ਹੈ। ਫਿਰ ਸਤਿਗੁਰੂ ਨੇ ਸਾਨੂੰ ਜੀਵਨ ਦੀ ਕਾਰ ਹੀ ਐਸੀ ਬਖਸ਼ਿਸ਼ ਕੀਤੀ ਹੈ ਕਿ ਸਾਨੂੰ ਲੱਭਣ ਨਹੀਂ ਜਾਣਾ ਪਏਗਾ ਕਿ ਸਿਰ ਕਿਵੇਂ ਸਫਲਾ ਕਰੀਏ। ਸਤਿਗੁਰੂ ਸਾਹਿਬ ਜੀ ਨੇ ਕਰਮ ਬਣਾ ਦਿੱਤਾ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਧਿਆਏ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਏ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉੱਠਦਿਆਂ ਹਰ
ਨਾਮ ਧਿਆਏ ਜੋ ਸਾਸ ਗਰਾਸ ਧਿਆਏ, ਮੇਰਾ ਹਰ ਹਰ ਸੋ ਗੁਰ ਸਿੱਖ ਗੁਰੂ ਮਨ ਪਾਵੈ। ਜਾਂ ਭਾਈ ਗੁਰਦਾਸ ਸਾਹਿਬ ਜੀ ਆਖਦੇ ਨੇ, ਗੁਰਸਿੱਖ ਪਲਕੈ ਉੱਠ ਕਰ ਅੰਮ੍ਰਿਤ ਵੇਲੇ, ਸਰਨਾ ਬੰਦਾ ਗੁਰ ਕੈ ਬਚਨ ਉਚਾਰ ਕੈ, ਧਰਮਸਾਲ ਕੀ ਸੁਰਤ ਕਰੰਦਾ। ਕਿ ਫਿਰ ਇਹ ਤਾਂ ਸਾਰੇ ਕਰਮ ਦੱਸੇ, ਇਹਨਾਂ ਅਨੁਸਾਰ ਚੱਲਣਾ ਹੈ। ਤਾਂ ਫਿਰ ਗੁਰੂ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਬਾਣੀ 'ਚ ਵਾਕ ਨੇ, ਤਿਸ ਗੁਰੂ ਕਉ ਵਾਰਿਆ, ਜਿਨ ਹਰ ਕੀ ਹਰ ਕਥਾ ਸੁਣਾਈ। ਇਹ ਥੋੜ੍ਹਾ ਕਿ ਹੁਣ ਗਿਆਨ ਦਾ ਉਪਦੇਸ਼ ਦੀ ਜਗਿਆਸਾ ਜਾਗੀ ਅਤੇ ਕਿਤੇ ਹੋਰ ਜਗ੍ਹਾ ਜਾਣਾ ਪਿਆ। ਬੜਾ ਸਰਲ ਕਰਮ ਸੀ ਕਿ ਸਤ ਸੰਗਤ ਵਿੱਚ ਆ ਕੇ ਬੈਠੋ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ, ਹਸਤ ਕਾਇਆ ਰੱਖਿਆ ਪਰਮੇਸ਼ਵਰੇ, ਸਾਡੇ ਹੱਥਾਂ ਦੀ ਵੀ ਪਰਮੇਸ਼ਰ ਰੱਖਿਆ ਕਰਦਾ ਕਿ ਇਹਨਾਂ ਤੋਂ ਮਾੜਾ ਕਰਮ ਨਾ ਹੋਵੇ। ਇਸ ਕਰਕੇ ਮਹਾਤਮਾ ਸਿਆਣੇ ਪੁਰਖਾਂ ਦੇ ਵਚਨ ਨੇ ਕਿ ਹੱਥਾਂ ਦੇ ਦੋ ਕੰਮ ਨੇ, ਜਾਂ ਤਾਂ ਜੁੜ ਜਾਣ ਅਤੇ ਜਾਂ ਸੇਵਾ ਦੇ ਵਿੱਚ ਲੱਗ ਜਾਣ, ਤੀਜਾ ਇਹਨਾਂ ਦਾ ਕੋਈ ਕਰਮ ਨਹੀਂ ਹੈ। ਤਾਂ ਇਸੇ ਕਰਕੇ ਫਿਰ ਸਤਿਗੁਰੂ ਨੇ ਸਾਡੇ ਹੱਥ ਵੀ ਸਫਲੇ ਹੋ ਜਾਣ ਐਸੀ ਕਾਰ ਬਣਾ ਦਿੱਤੀ ਕਿ ਇਹਨਾਂ ਹੱਥਾਂ ਦੇ ਨਾਲ ਜਾਂ ਤਾਂ ਗੁਰੂ ਦੇ ਸਨਮੁਖ ਆਪਣੇ ਸਮੁੱਚੇ ਗੁਨਾਹਾਂ ਦਾ ਇਕਬਾਲ ਕਰਨ ਦੇ ਲਈ ਜੋੜ ਕੇ ਆਪਣਾ ਸਮਰਪਣ ਪ੍ਰਗਟ ਕਰਦੇ, ਅਤੇ ਜਾਂ ਇਸੇ ਪ੍ਰਕਾਰ ਮੈਂ ਇੱਕ ਦਿਨ ਕਿਸੇ ਗ੍ਰੰਥ ਦੇ ਵਿੱਚ ਪੜ੍ਹ ਰਿਹਾ ਸੀ ਕਿ ਹੁਣ ਇਹ ਨੈਤਿਕਤਾ ਦੀ ਗੱਲ ਆਉਂਦੀ ਤਾਂ ਮਤਲਬ ਮੈਂ ਸੋਚਦਾ ਅਸੀਂ ਕਈ ਗੱਲਾਂ ਦਾ ਸਾਨੂੰ ਪਤਾ ਨਹੀਂ ਹੁੰਦਾ। ਜਿਵੇਂ ਉਦਾਹਰਨ ਦੇ ਤੌਰ 'ਤੇ ਅਰਦਾਸ ਵਿੱਚ ਮੈਂ ਅਕਸਰ ਕਈ ਵਾਰੀ ਆਖਿਆ ਕਿ ਦੋਵੇਂ ਕਦਮ ਜੋੜ ਕੇ, ਦੋਵੇਂ ਹੱਥ ਸਿੱਧੇ ਜੋੜ ਕੇ ਥੋੜ੍ਹਾ ਤਾਂ ਆਪਣੀ ਮੁਦਰਾ ਜਿਹੜੀ ਹੈ ਉਹ ਨੇਤਰਬੰਦ ਵਾਲੀ ਕੀਤੀ ਜਾਵੇ। ਨੇਤਰਬੰਦ, ਇਹਦਾ ਗਹਿਰਾ ਭਾਵ ਕੀ ਹੈ? ਸਾਡੇ ਨੇਤਰਾਂ ਦੇ ਵਿੱਚ ਵੀ ਬਲ ਹੈ, ਤਾਂ ਹੀ ਸਾਨੂੰ ਪਤਾ ਲੱਗਦਾ ਕਿ ਅਸੀਂ ਕੀ ਕਰ ਰਹੇ ਹਾਂ। ਭਾਵ ਕਿ ਕਿਸੇ ਨੂੰ ਦੇਖਣ ਦੇ ਨਾਲ ਹੀ ਸਾਨੂੰ ਪਤਾ ਲੱਗ ਜਾਂਦਾ। ਜਿਵੇਂ ਸੱਪ ਨੂੰ ਦੇਖ ਲਈਏ ਤਾਂ ਤਤਛਣ ਪਤਾ ਲੱਗ ਜਾਂਦਾ ਕਿ ਇਹ ਜ਼ਹਿਰੀਲਾ ਜੀਵ ਹੈ। ਮਤਲਬ ਅੱਖਾਂ ਦਾ ਵੀ ਕੋਈ ਤਾਣ ਹੈ, ਤਾਂ ਹੀ ਤਾਂ ਗੱਲ ਸਮਝ ਆਉਂਦੀ। ਫਿਰ ਅੱਖਾਂ ਦਾ ਬਲ ਵੀ ਸਮਰਪਣ ਕਰ ਦੇਣਾ। ਹੱਥਾਂ ਦਾ ਬਲ ਹੈ ਕਿ ਇਹਨਾਂ ਦੋਵਾਂ ਹੱਥਾਂ ਦੇ ਨਾਲ ਵੱਡੀ ਤੋਂ ਵੱਡੀ ਚੀਜ਼ ਚੁੱਕ ਸਕਦੇ ਹਾਂ, ਤਾਂ ਇਹਨਾਂ ਦੋਵਾਂ ਨੂੰ ਜੋੜ ਲੈਣਾ ਕਿ ਇਹ ਵੀ ਬਲ ਪ੍ਰਵਾਹਿਤ ਹੋ ਕੇ ਪੈਰਾਂ ਨੂੰ ਵੀ ਜੋੜ ਲੈਣਾ। ਤਾਂ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਕਿ ਇਹ ਸਮੁੱਚਾ ਸਮਰਪਣ ਭਾਵ ਕਰਨ ਦੇ ਨਿਸ਼ਾਨ ਹਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਫਿਰ ਸਤਿਗੁਰੂ ਸਾਡੇ ਹੱਥਾਂ ਦੀ ਵੀ ਰੱਖਿਆ ਕਰਦੇ ਹਨ ਕਿ ਸਾਨੂੰ ਸੇਵਾ ਦੀ ਉੱਤਮ ਕਾਰ ਬਖਸ਼ਿਸ਼ ਕਰਦੇ ਹਨ। ਆਤਮ ਰੱਖਿਆ ਗੋਪਾਲ ਸੁਆਮੀ, ਤਨ ਚਰਨ ਰੱਖਿਆ ਜਗਦੀਸ਼ਵਰ। ਤਾਂ ਗੁਰੂ ਸਾਹਿਬ ਜੀ ਕਹਿੰਦੇ ਆਤਮ ਰੱਖਿਆ, ਫਿਰ ਇਹਦਾ ਭਾਵ ਇਹ ਹੈ ਕਿ ਜਦੋਂ ਮਨੁੱਖ ਸਾਧਨਾ ਕਰਦਾ ਉਹਦਾ ਅੰਦਰ ਬੜਾ ਸ਼ਵੱਛ ਉੱਜਲ ਹੋ ਜਾਂਦਾ ਹੈ। ਫਿਰ ਉਹਦੀ ਬੰਦਗੀ ਉਹਨੂੰ ਉਸ ਮੁਕਾਮ 'ਤੇ ਲੈ ਜਾਂਦੀ ਹੈ ਜਿੱਥੇ ਬਸ ਬਖਸ਼ਿਸ਼ ਦਾ ਹੀ ਕਰਮ ਰਹਿ ਜਾਂਦਾ, ਉਹਦਾ ਆਪਣਾ ਯਤਨ ਕੋਈ ਨਹੀਂ ਬਾਕੀ ਰਹਿੰਦਾ। ਆਤਮ ਰੱਖਿਆ ਦਾ ਭਾਵ ਇਹ ਹੈ ਕਿ ਹੁਣ ਅਚਨਚੇਤ ਕੋਈ ਜੀਵਨ ਦੇ ਵਿੱਚ ਸੰਕਟ ਨਾ ਆ ਜਾਵੇ ਤਾਂ ਉਹਦੇ ਤੋਂ ਵੀ ਮਾਲਕ ਰੱਖਿਆ ਕਰਦੇ ਹਨ। ਤਾਂ ਕਹਿੰਦੇ ਗੁਰੂ ਸਾਹਿਬ ਜੀ ਕਹਿੰਦੇ ਤਨ ਚਰਨ ਰੱਖਿਆ ਜਗਦੀਸ਼ਵਰ ਹੈ। ਤਾਂ ਇਸੇ ਪ੍ਰਕਾਰ ਸਾਰੇ ਜੀਵਨ ਦੇ ਸੰਪત્ਤੀ ਦੀ ਵੀ ਰੱਖਿਆ ਹੁੰਦੀ ਹੈ। ਕਹਿੰਦੇ ਇਸੇ ਪ੍ਰਕਾਰ ਬੀਬੀ ਰਾਬੀਆ ਦੇ ਜੀਵਨ ਦਾ ਇੱਕ ਪ੍ਰਮਾਣ ਹੈ। ਉਹਦੇ ਘਰੇ ਇੱਕ ਚੋਰ ਆ ਗਿਆ, ਤਾਂ ਉਹਨੇ ਚਾਦਰਾਂ, 2 ਚਾਦਰਾਂ ਸਨ, ਚੁਰਾ ਲਈਆਂ। ਜਦ ਨਿਕਲਣ ਲੱਗਾ ਤਾਂ ਉਹ ਅੰਧਾ ਜਿਹਾ ਹੋ ਗਿਆ, ਉਹਨੂੰ ਦਿਖਣਾ ਬੰਦ ਹੋ ਗਿਆ। ਜਦ ਚਾਦਰ ਰੱਖਤੀ ਫਿਰ ਦਿਖਣਾ ਸ਼ੁਰੂ ਹੋ ਗਿਆ, ਫਿਰ ਚੁੱਕੀ ਫਿਰ ਦਿਖਣਾ ਬੰਦ ਹੋ ਗਿਆ। ਇੰਨੇ ਚਿਰ ਨੂੰ ਗੈਬ ਦੇ ਵਿੱਚੋਂ ਆਵਾਜ਼ ਪ੍ਰਗਟ ਹੋਈ ਕਿ ਤੂੰ ਚੋਰੀ ਕਿਸੇ ਆਮ ਥਾਂ 'ਤੇ ਨਹੀਂ ਕਰ ਰਿਹਾ। ਇਹ ਸਾਰਾ ਜਿਸ ਦਾਇਰੇ ਦੇ ਵਿੱਚ ਤੂੰ ਚੋਰੀ ਕਰ ਰਿਹਾ ਹੈ, ਤਾਂ ਇਸ ਦਾਇਰੇ ਦੇ ਵਿੱਚ ਰਾਬੀਆਂ ਨੇ ਬੰਦਗੀ ਕਰ ਕਰਕੇ ਇਸ ਸਾਰੇ ਦਾਇਰੇ ਨੂੰ ਇੰਨਾ ਮਤਲਬ ਪਰਮੇਸ਼ਵਰੀ ਕਿਰਪਾ ਵਾਲਾ, ਉਹਦੀ ਨਦਰ ਵਾਲਾ ਬਣਾ ਦਿੱਤਾ ਹੈ ਕਿ ਪਾਪੀ ਤੋਂ ਪਾਪੀ ਮਨੁੱਖ ਵੀ ਆਏਗਾ ਅਤੇ ਉਹ ਆਪਣਾ ਇੱਥੇ ਕਰਮ ਨਹੀਂ ਕਮਾ ਸਕੇਗਾ। ਇਸ ਕਰਕੇ ਫਿਰ ਇੱਕ ਹੋਰ ਗੈਬ ਵਿੱਚੋਂ ਆਵਾਜ਼ ਪ੍ਰਗਟ ਹੋਈ ਕਿ ਜਦੋਂ ਇੱਕ ਮਿੱਤਰ ਸਾਧਨਾ ਕਰ ਰਿਹਾ ਹੈ ਤਾਂ ਦੂਜਾ ਮਿੱਤਰ ਭਾਵ ਅਕਾਲ ਪੁਰਖ ਉਹਦੀ ਰੱਖਿਆ ਕਰ ਰਿਹਾ, ਅਤੇ ਇਸ ਕਰਕੇ ਤੂੰ ਇੱਥੇ ਚੋਰੀ ਨਹੀਂ ਕਰ ਸਕੇਂਗੇ। ਜਦੋਂ ਗੈਬ ਦੇ ਵਿੱਚੋਂ ਇਹ ਆਵਾਜ਼ ਉਸ ਚੋਰ ਨੂੰ ਮਹਿਸੂਸ ਹੋਈ, ਉਹਨੇ ਚਾਦਰਾਂ ਵੀ ਰੱਖ ਦਿੱਤੀਆਂ ਅਤੇ ਬੀਬੀ ਰਾਬੀਆ ਕੋ ਖਿਵਾ ਮੰਗ ਕੇ ਫਿਰ ਗਿਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਆਤਮ ਰੱਖਿਆ ਗੋਪਾਲ ਸੁਆਮੀ, ਤਨ ਚਰਨ ਰੱਖਿਆ ਜਗਦੀਸ਼ਵਰ ਰਹੇ। ਤਾਂ ਉਹ ਸਾਡੇ ਦੂਜੇ ਜੀਵਨ ਦੀ ਵੀ ਰੱਖਿਆ ਕਰਦਾ ਹੈ। ਜੇ ਅੱਜ ਘਰ ਦੇ ਵਿੱਚੋਂ ਜਾਣ ਲੱਗੀਏ ਤਾਂ ਬਾਕਾਇਦਾ ਲੌਕਿੰਗ ਸਿਸਟਮ ਪੱਕਾ ਕਰਕੇ ਜਾਈਦਾ, ਉਹ ਗੁਆਂਢੀਆਂ ਨੂੰ ਵੀ ਕਹਿ ਕੇ ਜਾਈਦਾ ਥੋੜ੍ਹਾ ਧਿਆਨ ਰੱਖਿਓ। ਤਾਂ ਇਸੇ ਪ੍ਰਕਾਰ ਪਰ ਗੁਰੂ ਸਾਹਿਬ ਜੀ ਕਹਿੰਦੇ ਜਿਨ੍ਹਾਂ ਦੇ ਅੰਦਰ ਪਰਮੇਸ਼ਰ ਦੇ ਰੱਖਿਅਕ ਹੋਣ ਦਾ ਵਿਸ਼ਵਾਸ ਹੈ, ਕੇਵਲ ਉਹਨਾਂ ਦੇ ਜੀਵਨ ਦੀ ਨਹੀਂ, ਉਹਨਾਂ ਦੇ ਤਮਾਮ ਜੀਵਨ ਦੀ ਰੱਖਿਆ ਪਰਮੇਸ਼ਰ ਆਪ ਕਰਦੇ ਹਨ। ਸਰਬ ਰੱਖਿਆ ਗੁਰ ਦਇਆਲ ਹੈ, ਭੈ ਦੁਖ ਬਿਨਾਸਨ ਹੈ। ਤਾਂ ਇਸੇ ਪ੍ਰਕਾਰ ਅੱਜ ਇੱਕ ਬੜੀ ਵਾਰੀ ਹੈਰਾਨਗੀ ਹੁੰਦੀ ਹੈ, ਕਈ ਵਾਰੀ ਕਈ ਪੁੱਛਣਗੇ ਜੀ ਕੋਈ ਭੂਤ ਪ੍ਰੇਤਾਵਾਂ ਦੇ ਆਦਿਕ ਦੇ ਸਾਏ ਵਿਆਪਦੇ ਨੇ, ਥੋੜ੍ਹਾ ਜਿਹਾ ਕੁਝ ਸਾਨੂੰ ਦੱਸ ਦਿਓ। ਤਾਂ ਬੜੀ ਹੈਰਾਨਗੀ ਹੁੰਦੀ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਰਬ ਰੱਖਿਆ, ਸਭ ਪ੍ਰਕਾਰ ਦੀ ਰੱਖਿਆ ਹੁੰਦੀ, ਵਿਕਾਰਾਂ ਤੋਂ ਵੀ, ਜਿਹੜੇ ਜੀਵਨ ਦੇ ਵਿੱਚ ਬਾਹਰੀ ਸੰਕਟ ਬਣਨੇ ਨੇ ਉਹਨਾਂ ਦੀ ਵੀ, ਅਤੇ ਉਹ ਵਾਲੇ ਅਚਨਚੇਤ ਸੰਕਟ ਜਿਹੜੇ ਕਿਸੇ ਪ੍ਰਕਾਰ ਕਰਕੇ ਵੀ ਆਪ ਵਿਆਪਦੇ ਹਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਕਾਹਦੇ ਕਰਕੇ? ਗੁਰ ਦਇਆਲ ਹੈ।
ਭਾਵ ਕਿ ਗੁਰੂ ਦੀ ਦਇਆਲਤਾ ਸਦਾ ਬਣੀ ਰਹਿੰਦੀ ਹੈ। ਭੈ ਦੁਖ ਬਿਨਾਸਨੇ, ਸਾਰੇ ਪ੍ਰਕਾਰ ਦੇ ਭੈ ਦੁੱਖ ਕਸ਼ਟ ਆਦਿਕ ਬਿਨਸ ਜਾਂਦੇ ਹਨ। ਭਗਤ ਵਸ਼ਲ ਆ ਨਾਥ ਨਾਥੇ, ਸਰਣ ਨਾਨਕ ਪੁਰਖ ਅਚੁੱਤ। ਤਾਂ ਗੁਰੂ ਸਾਹਿਬ ਜੀ ਕਹਿੰਦੇ ਹੁਣ ਇਹ ਸਾਰੀ ਸਾਧਨਾ ਇੱਕੋ ਗੱਲ 'ਤੇ ਨਿਰਭਰ ਕਰਦੀ ਹੈ ਕਿ ਭਗਤ ਵਸ਼ਲ, ਭਾਵ ਕਿ ਜੇ ਭਗਤੀ ਸਰੂਪ ਦੇ ਵਿੱਚ ਪੂਰੀ ਤਰ੍ਹਾਂ, ਜਿਵੇਂ ਆਰੰਭ ਵਿੱਚ ਗੱਲ ਚੱਲੀ ਸੀ ਕਿ ਇੱਕ ਤਰਫਾ ਹੋ ਕੇ ਜਿਉਣਾ ਚਾਹੀਦਾ ਹੈ, ਭਾਵ ਕਿ ਜੇ ਰੋਜ਼ਾਨਾ ਸਤਸੰਗੀ ਹਾਂ ਤਾਂ ਰੋਜ਼ਾਨਾ ਜੀਵਨ ਦਾ ਇਹ ਚਿੰਤਨ ਬਣਾਓ ਕਿ ਆਪਣੇ ਸਾਰੇ ਕਰਮਾਂ ਨੂੰ ਗੁਰੂ ਉਪਦੇਸ਼ ਅਨੁਸਾਰ ਹੀ ਕਰ ਦੇਣਾ ਹੈ। ਬਾਅਦ 'ਚ ਭਾਵੇਂ ਘਾਟਾ ਜਾਂ ਭਾਵੇਂ ਲਾਭ ਵਿਆਪੇ, ਪਰ ਗੁਰੂ ਕਾ ਉਪਦੇਸ਼ ਕਮਾਉਣਾ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਭਗਤ ਵਸ਼ਲ, ਜਿਹੜੇ ਸਮੁੱਚੇ ਰੂਪ ਵਿੱਚ ਭਗਤ ਹੋ ਜਾਂਦੇ ਹਨ, ਉਹਨਾਂ ਦੀ ਰੱਖਿਆ ਕਰਦਾ ਹੈ। ਅਤੇ ਇਸੇ ਪ੍ਰਕਾਰ ਗੁਰੂ ਸਾਹਿਬ ਜੀ ਕਹਿੰਦੇ ਅਨਾਥ ਨਾਥੇ, ਜਦ ਕਿਸੇ ਦਾ ਕੋਈ ਸਹਾਰਾ ਨਾ ਹੋਵੇ, ਉਹ ਪਰਮੇਸ਼ਰ ਨਾਮ ਰੂਪ, ਨਾਮ ਆਧਾਰ ਕਰਕੇ, ਨਾਮ ਰਸ ਕਰਕੇ ਉਹਦਾ ਤਾਣ ਬਣਦੇ ਹਨ। ਸਰਣ ਨਾਨਕ ਪੁਰਖ ਅਚੁੱਤ। ਤਾਂ ਗੁਰੂ ਅਰਜਨ ਸਾਹਿਬ ਜੀ ਬਖਸ਼ਿਸ਼ ਕਰਦੇ ਨੇ ਐਸੇ ਅਕਾਲ ਪੁਰਖ ਪ੍ਰੀਤਮ ਦੀ, ਜਿਹੜਾ ਸਾਡੇ ਸਮੁੱਚੇ ਜੀਵਨ ਦੀ ਔਰ ਸਾਰਿਆਂ ਦੀ, ਕੱਲ੍ਹ ਦੇ ਸ਼ਲੋਕ ਵਿੱਚ ਬਖਸ਼ਿਸ਼ ਸੀ। ਗੁਰੂ ਸਾਹਿਬ ਜੀ ਫਰਮਾਉਂਦੇ ਕਿਰਪਾ ਨਿਧਾਨ ਜਗਤ ਗੁਰੂ, ਕਿਸੇ ਇੱਕ ਦੀ ਨਹੀਂ, ਸਮੁੱਚੇ ਕਾਇਨਾਤ ਦੀ ਅਕਾਲ ਪੁਰਖ ਰੱਖਿਆ ਕਰਦੇ ਹਨ। ਤਾਂ ਗੁਰੂ ਸਾਹਿਬ ਜੀ ਕਹਿੰਦੇ ਸਰਣ ਨਾਨਕ ਪੁਰਖ ਅਚੁੱਤ, ਉਹ ਅਚੁੱਤ ਪਰਮੇਸ਼ਰ ਜੋ ਕਾਲ ਤੋਂ ਵੀ ਉੱਪਰਲਾ ਮਹਾਕਾਲ ਹੈ, ਅਕਾਲ ਸਰੂਪ ਹੈ, ਉਹਦੀ ਸ਼ਰਨ ਜਾਣਾ ਹੀ ਸਭ ਤੋਂ ਉੱਤਮ ਹੈ। ਸੋ ਅੱਜ ਦੇ ਸ਼ਲੋਕ ਵਿੱਚ ਗੁਰੂ ਅਰਜਨ ਸਾਹਿਬ ਜੀ ਇਸ ਪ੍ਰਕਾਰ ਬਖਸ਼ਿਸ਼ ਕਰਦੇ ਹਨ ਕਿ ਜਿਨ੍ਹਾਂ ਨੇ ਗੁਰੂ ਉਪਦੇਸ਼ ਨਾਲ ਆਪਣੇ ਆਪ ਨੂੰ ਜੋੜ ਲਿਆ, ਜਿਨ੍ਹਾਂ ਨੇ ਆਪਣੇ ਆਪ ਨੂੰ ਗੁਰੂ ਸ਼ਬਦ ਦੇ ਸਨਮੁਖ ਅਰਪਣ ਕਰ ਦਿੱਤਾ, ਫਿਰ ਉਹਨਾਂ ਦੇ ਸਾਰੇ ਸਮੁੱਚੇ ਜੀਵਨ ਦੀ ਚਿੰਤਾ ਪਰਮੇਸ਼ਰ ਫਿਕਰ ਸੰਭਾਲ ਰੱਖਿਆ ਆਪ ਕਰਦੇ ਹਨ। ਬਾਬਾ ਫਰੀਦ ਸਾਹਿਬ ਜੀ ਆਖਦੇ ਹਨ, ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋਏ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਤਿਗੁਰੂ ਦੇ ਚਰਨਾਂ ਵਿੱਚ ਆਤਮ ਸਮਰਪਣ ਕਰਨ ਦੀ ਪੂਰੀ ਜੁਗਤ ਦੀ ਸਮਝ ਆ ਜਾਵੇ, ਪੂਰਾ ਸਾਡਾ ਅਭਿਆਸ ਐਸਾ ਕਰਮ, ਐਸਾ ਅਮਲ ਬਣ ਜਾਏ ਤਾਂ ਕਿ ਅਸੀਂ ਗੁਰੂ ਸਮਰਪਣ ਪ੍ਰਤੀ, ਗੁਰੂ ਪ੍ਰਤੀ ਆਪਣਾ ਸਮੁੱਚਾ ਜੀਵਨ ਸਮਰਪਿਤ ਕਰਕੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ ਜੀ। ਪਾਵਨ ਸ਼ਲੋਕ ਦੀ, ਪਾਵਨ ਬਾਣੀ ਦੇ ਲੜੀਵਾਰ ਸ਼ਬਦਾਂ ਦੀ ਆਪ ਜੀ ਦੀ ਵਿਆਖਿਆ ਨਾਲ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਸਤਿਗੁਰੂ ਕਿਰਪਾ ਕਰਨ, ਪਾਵਨ ਉਪਦੇਸ਼ ਦਾ ਭਾਵ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ, ਸਾਰਿਆਂ ਦਾ ਇੱਥੇ ਆਇਆ ਸਫਲਾ ਹੋਵੇ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।